ਕੀ ਸੋਚ ਲੈ ਕੇ ਅੱਗੇ ਗੁਰਦੁਆਰਾ ਪ੍ਰਬੰਧਨਾਂ ਦੇ ਵਿੱਚ ਉਹ ਆ ਰਹੇ ਨੇ? ਤੇ ਤਿੰਨ ਬੰਦੇ ਹੋਰ ਆਏ, ਉਹ ਵੀ ਆ ਕੇ ਕਹਿੰਦੇ ਸਾਡੀ ਪਰਚੀਆਂ ਬਾਅਦ ਚੌਥੇ ਦੀ ਜੀ ਜੀ ਦਿਸ ਇਜ਼ ਅਨਫੇਅਰ। ਇਹ ਮਤਲਬ ਖੋਣਾ ਅਸੀਂ ਲਾਗੂ ਕਰਾਇਆ ਖੜੇ ਅਸੀਂ ਤਿੰਨ ਖੜੇ ਬਾਕੀ ਅਗਰ ਉੱਥੇ ਮੈਜੋਰਟੀ ਦੀ ਗੱਲ ਚੱਲਣੀ ਹੈ ਜਿਹਦੇ 6 ਮੈਂਬਰ ਹੋਣਗੇ ਉਹ ਚੀਜ਼ ਲਾਗੂ ਹੋਣੀ। ਸਾਡੇ ਜੋ ਜ਼ਹਿਨ ਦੇ ਵਿੱਚ ਚੱਲ ਰਿਹਾ, ਕਿਆ ਜਿਹੜੇ ਉਮੀਦਵਾਰ ਨੂੰ ਅਸੀਂ ਚੁਣਨ ਜਾ ਰਹੇ ਹਾਂ ਕਿਆ ਉਹ ਸਾਡੀ ਸੋਚ ਦੇ ਨਾਲ ਚੱਲ ਰਿਹਾ? ਮੈਂ ਕਹਿੰਦਾ ਇਹਨਾਂ ਨੇ ਰਾਗੀ ਗਿਰਦੇ ਦੀ ਤਰਸੋਂ ਦੀ ਨਾਲ ਬਣਾਤੀ। ਮੈਨੂੰ ਲੱਗ ਰਿਹਾ ਇਲੈਕਸ਼ਨ ਉਹਨਾਂ ਦੇ ਬੇਸ ਤੇ ਲੜ ਰਹੇ। ਮੈਂ ਮਾਫ ਕਰ ਰਹਾ, ਮੈਂ ਮੇਰੀ ਵਰਡ ਹੀ ਸੀ। ਮੈਂ ਕਿਹਾ ਜੀ ਅੰਬਾਨੀ ਸੌਣ ਤੋਂ ਪਹਿਲੇ ਆਪਣਾ ਲੈਪਟਾਪ ਆਫ ਕਰਨ ਤੋਂ ਪਹਿਲੇ ਆਪਣਾ ਅਕਾਊਂਟ ਲੈ ਸਕਦਾ ਹੈ ਤੇ ਇਹ ਡਿਸਟ੍ਰਿਕਟ ਵਿੱਚ ਦਾ ਹਿਸਾਬ ਲੈ ਸਕਦਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਆਪਣਾ ਮਹੀਨੇ ਦਾ ਚਿੱਠਾ ਬਾਹਰ ਕਰਦੀ ਹੈ, ਕਿਆ ਡਿਸਟ੍ਰਿਕਟ ਕਮੇਟੀ ਨਹੀਂ ਕਰ ਸਕਦੀ? ਕਰਾਰੇ ਕਹਿ ਰਿਹਾ ਕੋਈ ਹਿਸਾਬ ਕਿਤਾਬ ਨਹੀਂ ਸੀ, ਨਾ ਕੋਈ ਡੇ ਬੁੱਕ ਸੀ ਨਾ ਕੋਈ ਲੈਜਰ ਸੀ। ਮੈਂ ਦਾਅਵਾ ਕਰਦਾ ਕਿ ਮੈਂ ਪਹਿਲਾ ਸੈਕਟਰੀ ਹਾਂ ਜਿਸਨੇ ਡੇ ਬੁੱਕ ਲਾਗੂ ਕਰਾਈ ਹੈ ਡੀਜੀਪੀ ਚ। ਜਦ ਪੁੱਛਿਆ ਡੇ ਬੁੱਕ ਕਿਉਂ ਨਹੀਂ, ਕਹਿੰਦੇ ਜੀ ਭਨਗੜ ਬੜੀ ਹੈ ਜੀ, ਛੋਟੇ ਨੋਟ ਬੜੇ ਹੈ ਜੀ, ਇਹ ਲਿਖਿਆ ਨਹੀਂ ਜਾ ਸਕਦਾ। ਜਿਤਨੀ ਹੋ ਸਕੀ ਜਿੱਥੇ ਅਸੀਂ ਕਮੇਟੀ ਨਾਲ ਆਪਣੀ ਤਰਫੋਂ ਉਹਨਾਂ ਨਾਲ ਝਗੜਾ ਵੀ ਕਰਕੇ ਕਈ ਜਗ੍ਹਾ ਤੇ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜੋ ਕਮੇਟੀ ਨੇ ਸਾਨੂੰ ਮੈਂਡੇਟ ਦਿੱਤਾ ਸੀ, ਜੋ ਐਕਟ ਹੈ ਉਹਦੇ ਵਿੱਚ ਪ੍ਰਧਾਨ ਔਰ ਸੈਕਟਰੀ ਜਿਹੜੇ ਦੋਨੋਂ ਹੀ ਪਾਵਰਾਂ ਉਹਨਾਂ ਬੋਲਣ, ਬਾਕੀ ਸਾਰੇ ਡਮੀ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਮਨਦੀਪ ਕੌਰ ਨਿੱਘਾ ਸਵਾਗਤ ਕਰਦੀ ਹਾਂ। ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਚੋਣਾਂ ਦੇ ਵਿੱਚ ਖੜੇ ਉਮੀਦਵਾਰ, ਉਹਨਾਂ ਉਮੀਦਵਾਰਾਂ ਤੱਕ ਸਾਡੀ ਪੂਰੀ ਕੋਸ਼ਿਸ਼ ਹੈ ਕਿ ਹਰ ਇੱਕ ਉਮੀਦਵਾਰ ਤੱਕ ਪਹੁੰਚੀਏ, ਉਹਨਾਂ ਦੇ ਵਿਚਾਰ ਹੈ ਤੁਹਾਡੇ ਤੱਕ ਪਹੁੰਚਾਈਏ ਕਿ ਕੀ ਸੋਚ ਲੈ ਕੇ ਅੱਗੇ ਗੁਰਦੁਆਰਾ ਪ੍ਰਬੰਧਨਾਂ ਦੇ ਵਿੱਚ ਉਹ ਆ ਰਹੇ ਨੇ। ਤੇ ਇਸੇ ਕੋਸ਼ਿਸ਼ ਦੇ ਦੌਰਾਨ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਬਿਸ਼ਨਾਹ ਹਲਕਾ ਤੋਂ ਉਮੀਦਵਾਰ ਸਰਦਾਰ ਅਵਤਾਰ ਸਿੰਘ ਜੀ ਖਾਲਸਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਰਦਾਰ ਮਨਮੋਹਨ ਸਿੰਘ ਜੀ ਜਿਨ੍ਹਾਂ ਦਾ ਹਲਕਾ ਗੁਰੂ ਨਾਨਕ ਨਗਰ ਹੈ, ਤੇ ਸਰਦਾਰ ਬਲਵਿੰਦਰ ਸਿੰਘ ਜੀ ਜਿਹੜੇ ਡਿਗਿਆਣਾ ਹਲਕਾ ਤੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਵਤਾਰ ਸਿੰਘ ਖਾਲਸਾ ਹੋਣਾ ਬਾਰੇ ਤੁਸੀਂ ਸਾਰੇ ਰੂਬਰੂ ਹੋ, ਕਿਉਂਕਿ ਇਸ ਸਮੇਂ ਬਹੁਤ ਜਿੰਨਾ ਕੁ ਅਸੀਂ ਗਰਾਊਂਡ ਤੇ ਉੱਤੇ ਵਿਚਰ ਕੇ ਵੇਖਿਆ ਕਿ ਜਿਹੜੇ ਸਾਬਕਾ ਰਹਿ ਚੁੱਕੇ ਨੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਉਹਨਾਂ ਦੇ ਲਈ ਇਹ ਚੋਣਾਂ ਥੋੜ੍ਹੇ ਵੱਖਰੇ ਤਰੀਕੇ ਦੀਆਂ ਹੋਈਆਂ ਪਈਆਂ ਨੇ। ਪਤਾ ਨਹੀਂ ਇਹ ਸਰਕਮਸਟੈਂਸਿਸ ਆਪ ਕ੍ਰੀਏਟ ਹੋਏ ਨੇ ਜਾਂ ਕੀ ਕਾਰਨ ਰਹੇ ਨੇ, ਇਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ। ਖਾਲਸਾ ਜੀ, ਜੇਕਰ ਤੁਹਾਡੇ ਨਾਲ ਮੈਂ ਗੱਲ ਕਰਾਂ, ਤੁਸੀਂ ਸਾਬਕਾ ਸਕੱਤਰ ਰਹੇ ਹੋ, ਭਾਵੇਂ ਸਮਾਂ ਤੁਹਾਨੂੰ ਆਪਦੀ ਸੇਵਾ ਦੇ ਲਈ ਕਾਰਜਕਾਲ ਜਿਹੜਾ ਤੁਹਾਡਾ ਥੋੜ੍ਹੇ ਸਮੇਂ ਦਾ ਰਿਹਾ, ਲੇਕਿਨ ਇੱਕ ਗੱਲ ਤੇ ਇਸ ਨੂੰ ਅਸੀਂ ਜ਼ਰੂਰ ਨਕਾਰ ਨਹੀਂ ਸਕਦੇ ਕਿ ਆਪਾਂ ਤੁਹਾਨੂੰ, ਚਾਹੇ ਉਹ ਨੌਜਵਾਨਾਂ ਦੀ ਗੱਲ ਹੋਵੇ, ਚਾਹੇ ਉਹ ਪੰਥਕ ਐਕਟੀਵਿਟੀਜ਼ ਹੋਣ ਸਾਡੀਆਂ, ਸਾਡੇ ਕਿਤੇ ਕਿਸੇ ਗੱਲ ਨੂੰ ਆਵਾਜ਼ ਇੱਕ ਬੁਲੰਦ ਤਰੀਕੇ ਦੇ ਨਾਲ ਪਹੁੰਚਾਉਣ ਦੀ ਗੱਲ ਹੋਵੇ, ਤੁਹਾਨੂੰ ਐਕਟਿਵ ਵੇਖਿਆ ਇਹਨਾਂ ਚੀਜ਼ਾਂ ਦੇ ਵਿੱਚ। ਪਰ ਹੁਣ ਗਰਾਊਂਡ ਰਿਐਲਿਟੀ ਕੀ ਸੀਗੀ ਉਹਦੇ ਬਾਰੇ ਵਿੱਚ ਅਸੀਂ ਵੀ ਜ਼ਿਆਦਾ ਸਪਸ਼ਟ ਆ ਜਿਹੜਾ ਨਹੀਂ ਕਹਿ ਸਕਦੇ। ਹੁਣ ਤੁਸੀਂ ਇੱਕ ਵਾਰ ਫਿਰ ਤੋਂ ਬਿਸ਼ਨਾਹ ਹਲਕੇ ਦੇ ਉੱਤੋਂ, ਜਿਹੜਾ ਤੁਸੀਂ ਪਿਛਲੀ ਵਾਰੀ ਵੀ ਉੱਥੋਂ ਜੇਤੂ ਰਹੇ ਹੋ, ਉੱਥੇ ਬਿਸ਼ਨਾਹ ਹਲਕੇ ਦੇ ਉੱਤੇ ਹੀ ਤੁਸੀਂ ਚੋਣ ਲੜ ਰਹੇ ਹੋ। ਖਾਲਸਾ ਜੀ, ਤੁਹਾਡੇ ਕਾਰਜਕਾਲ ਦੀ ਗੱਲ ਬਾਅਦ 'ਚੋਂ ਕਰਦੇ ਹਾਂ, ਆਉਣ ਵਾਲੇ ਭਵਿੱਖ ਦੇ ਵਿੱਚ ਕੀ ਪ੍ਰਬੰਧਨ ਰਹਿਣਗੇ ਉਹਨਾਂ ਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ ਗਾ। ਪਰ ਸਭ ਤੋਂ ਮੇਨ ਸਵਾਲ ਮੇਰਾ ਇਹੀ ਰਹੇਗਾ ਕਿ ਲਗਾਤਾਰ ਪਿਛਲੇ ਸਮੇਂ ਦੇ ਆਪਾਂ ਵਿੱਚ ਹੁਣ ਵੀ ਇਹ ਗੱਲ ਹੁੰਦੀ ਆ ਰਹੀ ਹੈ ਕਿ ਬੈਠ ਕੇ ਵੀ ਗੱਲ ਹੋ ਸਕਦੀ ਸੀ, ਆਪਸ ਦੇ ਵਿੱਚ ਰਾਬਤਾ ਵੀ ਕੀਤਾ ਜਾ ਸਕਦਾ ਸੀਗਾ। ਬਿਸ਼ਨਾਹ ਹਲਕੇ ਤੋਂ ਤੁਸੀਂ ਚੋਣ ਲੜ ਰਹੇ ਹੋ, ਕਿਆ ਤੁਸੀਂ ਇਸ ਇਲੈਕਸ਼ਨ ਨੂੰ ਕਿਵੇਂ ਵੇਖਦੇ ਹੋ? ਕਿਆ ਤੁਹਾਡੇ ਤਾਈਂ ਕਦੀ ਅਪਰੋਚ ਹੋਈ ਹੈ? ਤੁਸੀਂ ਆਪਸ ਦੇ ਵਿੱਚ ਕਿਸੇ ਸਹਿਮਤੀ ਦੀ ਗੱਲ ਕਦੀ ਹੋਈ ਹੈ? ਰਮਨ ਜੀ, ਮੈਂ ਸਮੂਹ ਸੰਗਤ ਨੂੰ ਪਹਿਲੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਆਪਾਂ ਹਿੰਦੁਸਤਾਨ ਦੇ ਲੈਵਲ ਤੇ ਦੇਖੀਏ, ਇੰਡੀਆ ਲੈਵਲ ਤੇ ਦੇਖੀਏ, ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਲੈ ਕੇ, ਪ੍ਰਬੰਧਾਂ ਨੂੰ ਲੈ ਕੇ ਪਹਿਲੀ ਵਾਰ ਜੋ ਚੋਣ ਹੋਈ 1925 ਵਿੱਚ ਹੋਈ ਜੀ, ਉਸ ਨੂੰ ਫਾਲੋ ਕਰਦਿਆਂ ਹੋਇਆ ਜੰਮੂ ਕਸ਼ਮੀਰ ਵਿੱਚ ਜੋ ਗੁਰਦੁਆਰਾ ਰਿਲੀਜੀਅਸ ਇੰਡੋਮੈਂਟ ਐਕਟ ਜੋ ਫਾਰਮ ਵਿੱਚ ਆਇਆ, ਉਹ ਆਇਆ ਸਨ 1973 ਵਿੱਚ ਜੀ। ਮੈਂ ਆਪ ਜੀ ਨੂੰ ਗੱਲ ਕਹਿਣਾ ਚਾਹਾਂਗਾ ਕਿ
ਜੋ ਐਕਟ ਫਾਰਮ ਵਿੱਚ ਆਇਆ 1973 ਵਿੱਚ, ਉਸ ਦੀ ਜਦੋਂ ਦਾ ਐਡਵੋਕੇਟ ਸੁਰਿੰਦਰ ਸਿੰਘ ਮਟਨ ਤੋਂ ਹੋਏ ਨੇ, ਜੀ ਪਟਨ ਤੋਂ ਕਸ਼ਮੀਰ ਤੋਂ, ਉਹ ਦੋ ਭਰਾ ਸਨ, ਉਹਨਾਂ ਨੇ ਕਾਫੀ ਜਦੋਜਹਿਦ ਦੇ ਬਾਅਦ ਇਹ ਐਕਟ ਫਾਰਮ 'ਚ ਲਿਆ। ਜੀ ਜੇ ਮੈਂ ਗੱਲ ਆ ਜਾ ਸਿਲੈਕਸ਼ਨ ਤੇ ਇਹ ਉਹਨਾਂ ਦੀ ਮਿਹਨਤ ਦੀ ਕੀਤੀ ਹੋਈ ਜੋ ਹੈ ਉਸ ਦੀ ਤੋਹੀਨ ਹੋਈ। ਐਕਟ ਜਿਹੜੇ ਫਾਰਮ ਵਿੱਚ ਆਇਆ ਉਹ ਇੱਕ ਉਪਲਬਧੀ ਗਿਣਿਆ ਗਿਆ, ਇੱਕ ਅਚੀਵਮੈਂਟ ਗਿਣੀ ਗਈ। ਨਾਓ ਦੀ ਥਿੰਗ ਇਜ਼ ਕਿ ਇਲੈਕਸ਼ਨਾਂ ਚੰਗੀਆਂ ਹੈ ਕਿ ਮਾੜੀਆਂ, ਰਮਨ ਜੀ ਹਰ ਚੀਜ਼ ਦਾ ਨੈਗੇਟਿਵ ਪੋਜ਼ਿਟਿਵ ਹੈਗਾ। ਜੀ ਮੰਨਦੇ ਹੋ ਨਾ ਇਸ ਗੱਲ ਨੂੰ? ਜੀ ਬਿਲਕੁਲ। ਉਹ ਦੇਖਣ ਵਾਲੇ ਤੇ ਡਿਪੈਂਡ ਕਰਦਾ ਕਿ ਉਹ ਇੱਕ ਲੱਕੜ ਦਾ ਸਟੀਲ ਪਿਆ, ਉਸ ਵਿੱਚ ਅੱਗ ਭਾਲਦਾ ਪਿਆ ਕਿ ਉਸ ਵਿੱਚ ਤਰਾਸ਼ੀ ਕਰਕੇ ਕੋਈ ਚੀਜ਼ ਬਣਾਉਣਾ ਚਾਹੁੰਦਾ। ਇਹ ਮੇਰੇ ਵਿਜ਼ਨ ਤੇ ਡਿਪੈਂਡ ਕਰਦਾ। ਮੇਰਾ ਵਿਜ਼ਨ ਜੋ ਹੈ, ਪਹਿਲੀ ਗੱਲ ਮੈਂ ਕਹਾਂਗਾ ਕਿ ਬਿਸ਼ਨਾ ਹਲਕੇ ਤੋਂ ਮੈਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ। ਸੈਂਥੀਅਸ ਫਸਟ ਥਿੰਗ ਮੈਂ ਚੈਲੰਜ ਕਰਦਾ ਸਾਰਿਆਂ ਨੂੰ, ਕਹਿੰਦਾ ਮੈਨੂੰ ਕਿਸੇ ਸਿੰਗਲ ਬੰਦੇ ਨੇ ਨਹੀਂ ਕਿਹਾ ਅੱਜ ਤੱਕ ਕਿਹਾ ਕਿ ਆਓ ਤੁਹਾਡੀ ਬੈਠ ਕੇ ਕੋਈ ਆਪ ਸਿਲੈਕਸ਼ਨ ਕਰ ਲਓ। ਬਿਲਕੁਲ। ਮੈਂ ਅੱਗੇ ਇੱਕ ਦਿਨ ਸਟੇਜ ਤੇ ਬੋਲਿਆ ਗੱਲ ਕਿਸੇ, ਫਿਰ ਤੁਹਾਨੂੰ ਰਿਪੀਟ ਕਰਦਾ ਮੈਂ, ਇੱਕ ਪਲੇਅਰ 2 ਸਾਲ ਜਾਂ ਹਾਕੀ ਦਾ ਪਲੇਅਰ ਲੈ ਲਓ, ਫੁੱਟਬਾਲ ਦਾ ਪਲੇਅਰ ਲੈ ਲਓ, ਕਿਸੇ ਗੇਮ ਦਾ ਪਲੇਅਰ ਲੈ ਲਓ, ਉਹ 2 ਸਾਲ ਟਰੈਕ ਤੇ ਹੈ, ਰਨਿੰਗ ਕਰ ਰਿਹਾ, ਪ੍ਰੈਕਟਿਸ ਕਰ ਰਿਹਾ, ਸਭ ਕੁਝ ਕਰ ਰਿਹਾ, ਤੇ ਜਿਹੜੇ ਮੈਚ ਦੀ ਵਾਰੀ ਆਏ ਤੇ 3 ਬੰਦੇ ਹੋਰ ਆ ਜਾਣ, ਉਹ ਵੀ ਆ ਕੇ ਕਹਿੰਦੇ ਸਾਡੀਆਂ ਪਰਚੀਆਂ ਪਾ, ਚੌਥੇ ਦੀ ਪਾ। ਜੀ ਜੀ ਦਿਸ ਇਜ਼ ਅਨਫੇਅਰਨੈਸ। ਬਿਲਕੁਲ। ਦੇਖੋ ਇਫ ਯੂ ਵਾਂਟ ਟੂ ਗੋ ਫॉर ਸਿਲੈਕਸ਼ਨ, ਫਿਰ ਤੁਹਾਨੂੰ ਕ੍ਰਾਈਟੇਰੀਆ ਬਣਾਉਣਾ ਪਏਗਾ। ਉਸ ਫੀਲਡ ਵਿੱਚ ਐਕਟਿਵ ਕੌਣ ਕੌਣ ਹੈ, ਉਸ ਕੰਸਟੀਟੂਐਂਸੀ ਤੇ ਡਿਜ਼ਰਵ ਕੌਣ ਕੌਣ ਕਰਦਾ। ਬਿਲਕੁਲ ਠੀਕ ਹੈ। ਅੱਜ ਤੁਹਾਡੇ ਮਾਧਿਅਮ ਤੋਂ ਗੱਲ ਕਹਿਣ ਲੱਗਾ, ਮੇਰੇ ਨਾਲ ਤੇ ਜੋ 3 ਹੋਰ ਖੜੇ ਆ, ਪਿਛਲੀ ਵਾਰ 5 ਖੜੇ ਸਨ, ਸੇਮ ਪਰਸਨ। ਜੀ they never turned back to their constituency, never। ਕਿਸੇ ਨੂੰ 700 ਵੋਟ ਮਿਲਿਆ, ਕਿਸੇ ਨੂੰ 300 ਵੋਟ ਮਿਲਿਆ, ਕਿਸੇ ਨੂੰ 100 ਵੋਟ ਮਿਲਿਆ। ਭਈ ਵੋਟ ਲਿਆ 100 ਬੰਦਾ ਤਾਂ ਉਸਦੇ ਨਾਲ ਹੈ ਨਾ, ਜਿਹਨੇ 100 ਲਿਆ, ਜਿਹਨੇ 300 ਲਿਆ ਉਸਨੇ 300 ਬੰਦਾ ਤੇ ਹੈ ਨਾ, ਜਿਹਨੇ 500 ਲਿਆ 500 ਬੰਦਾ ਤੇ ਹੈ ਨਾ। ਮੈਂ ਸਟੇਜ ਤੋਂ ਗੱਲ ਕਹਿਣਾ, ਜੇ ਮੈਂ ਕਿਸੇ ਗੁਰਦੁਆਰੇ 'ਚ ਕਮਿਟਮੈਂਟ ਕਰਤਾ ਨਾ, ਮੈਂ ਸੇਵਾ ਕਰਾਂਗਾ, ਫਿਰ ਜਿੱਤ ਹਾਰ ਦਾ ਕੋਈ ਸਵਾਲ ਨਹੀਂ ਉਹਦੇ 'ਚ। ਬਿਲਕੁਲ। ਜਿੱਤਦੀ ਮੈਂ ਤਾਂ ਗੱਲ ਕਰਾਂਗੇ, ਜਿੱਤਣ ਤੋਂ ਬਾਅਦ ਮੈਂ ਕਰਾਂਗਾ ਜੇ ਮੈਨੂੰ ਕੋਈ ਕੰਸਟੀਟਿਊਸ਼ਨ ਫੰਡ ਮਿਲਦਾ ਹੋਏ। ਗਾਟ ਮਾਈ ਪੁਆਇੰਟ। ਬਿਲਕੁਲ। ਇਹਦੇ 'ਚ ਫੰਡ ਨਾ ਮੈਨੂੰ ਮਿਲਣਾ, ਨਾ ਮਨਮੋਹਨ ਸਿੰਘ ਨੂੰ ਮਿਲਣਾ, ਨਾ ਰਵਿੰਦਰ ਸਿੰਘ ਨੂੰ ਮਿਲਣਾ, ਜਾਂ ਹੋਰ ਜਿਹੜੇ 8 ਆਣਗੇ ਉਹਨਾਂ ਨੂੰ ਮਿਲਣਾ। ਫਿਰ ਉਹ ਜਿੱਤਦੇ ਬਾਅਦ ਕਿਉਂ? ਦੈਟ ਮੀਨਸ ਯੂ ਆਰ ਓਨਲੀ ਫॉर द ਇਲੈਕਸ਼ਨਸ ਓਨਲੀ। ਫਸਟ ਥਿੰਗ। ਸੈਕੰਡ ਥਿੰਗ, ਇਹ ਜੋ ਡੈਮੋਕ੍ਰੈਟਿਕ ਰਾਈਟ ਹੈ ਪਬਲਿਕ ਦਾ, ਤੁਸੀਂ ਕਿਉਂ ਖੋਦੇ ਹੋ? ਅਗਰ ਤੁਹਾਡੇ ਕੋਲ ਕ੍ਰਾਈਟੇਰੀਆ ਕੋਈ ਨਹੀਂ, ਤੁਸੀਂ ਕ੍ਰਾਈਟੇਰੀਆ 'ਚ ਫਾਲ ਕਰਨ ਵਾਲੇ ਬੰਦੇ ਲਿਸਟ ਕੋਈ ਨਹੀਂ ਕੱਢੀ, ਫਿਰ ਤੁਸੀਂ ਕਿਉਂ? ਹਾਂ, ਕਈ ਜਗ੍ਹਾ ਤੇ ਬੜੀ ਸੀਰੀਅਸ ਅਪਰੋਚ ਹੋਈ ਹੈ, ਮੈਂ ਤੁਹਾਡੇ ਇਹ ਗੱਲ ਕਹਿਣਾ ਚਾਹੁੰਦਾ। ਓਨਲੀ ਆਈ ਥਿੰਕ ਇੱਕ ਜਾਂ 2 ਕੰਸਟੀਟਿਊਂਸੀ ਹੈ ਜਿਹਦੇ 'ਤੇ ਬੜੀ ਸੀਰੀਅਸ ਅਪਰੋਚ ਕੀਤੀ ਗਈ ਕਿ ਇਹਨਾਂ ਦਾ ਕੋਈ ਨੈਗੋਸ਼ੀਏਟ ਕੀਤਾ ਜਾਏ, ਬਟ ਉੱਥੇ ਵੀ ਇੱਕ ਦੂਜੇ ਤੇ ਕਿਸੇ ਨੇ ਭਰੋਸਾ ਨਹੀਂ ਕੀਤਾ ਔਰ ਉਹ ਗੱਲ ਅੱਗੇ ਸਿਰੇ ਨਹੀਂ ਚੜੀ। ਨਾਓ ਇਲੈਕਸ਼ਨ ਇਜ਼ ਦੇयर। ਬਿਲਕੁਲ। ਇੱਕ ਗੱਲ ਹੋਰ ਜੰਮੂ ਦੇ ਡਿਸਟ੍ਰਿਕਟ ਬਾਰੇ ਮੈਂ ਕਰਨਾ ਚਾਹਾਂਗਾ। ਦੇਖੋ ਜੰਮੂ ਡਿਸਟ੍ਰਿਕਟ ਵਿੱਚ ਆਲ ਓਵਰ ਸਟੇਟ, ਈਵਨ ਕਿ ਪੰਜਾਬ ਤੋਂ ਲੋਕ ਵੀ ਆ ਕੇ ਇੱਥੇ ਵਸੇ ਬਿਲਕੁਲ। ਇਨ ਪ੍ਰੋਪਰ ਜੰਮੂ ਡਿਸਟ੍ਰਿਕਟ। ਮੈਜੋਰਟੀ ਇਜ਼ ਮਿਕਸਚਰ। ਬਿਲਕੁਲ। ਕਸ਼ਮੀਰ ਦੇ ਵੀ ਹੈਗੇ, ਭਦਰਵਾਹ, ਕਿਸ਼ਤਵਾੜ, ਪੁੰਛ, ਰਾਜੌਰੀ, ਵੈਲਕਮ। ਲੇਕਿਨ ਜਿਸਲੇ ਸਹਿਮਤੀ ਬਣਨੀ ਹੈ ਨਾ, ਫਿਰ ਇਹਨਾਂ ਸਾਰੇ ਹੁਣ ਕਈ ਸਵਾਲ ਪੁੱਛੇ ਕਸ਼ਮੀਰ ਸਹਿਮਤੀ ਕਿਸ ਤਰ੍ਹਾਂ ਬਣ ਗਈ? ਭਾਈ ਉੱਥੇ ਬੜਗਾਮ 'ਚ ਹੈ ਹੀ ਸਾਰਾ ਕਸ਼ਮੀਰੀ, ਸਾਰੇ ਇੱਕੋ ਲੋਕੈਲਿਟੀ ਦੇ ਹੈਗੇ, ਉਹਨਾਂ ਦੀ ਵਿਚਾਰਧਾਰਾ ਸਾਰੀ ਸੇਮ ਹੈ। ਇੱਥੇ ਸਾਡੇ 'ਚ ਕਸ਼ਮੀਰ ਦੇ ਸਿੰਘ ਵੀ ਇਲੈਕਸ਼ਨ ਲੜ ਰਹੇ ਆ, ਇੱਥੇ ਸਾਡੇ ਵਿੱਚ ਕੋਈ ਕਿਸ਼ਤਵਾੜ ਤੋਂ ਉਹ ਵੀ ਇਲੈਕਸ਼ਨ ਲੜ ਰਹੇ ਆ। ਬਿਲਕੁਲ। ਐਕਟਿਵ ਪਾਰਟਿਸਪੇਟ ਰੋਲ ਵੀ ਪਲੇ ਕਰ ਰਹੇ ਆ। ਇਸ ਕਰਕੇ ਇੱਥੇ ਜੰਮੂ ਡਿਸਟ੍ਰਿਕਟ ਵਿੱਚ ਮੈਂ ਕਈ ਵਾਰ ਕਹਿ ਚੁੱਕਾ ਕਿ ਜੰਮੂ ਡਿਸਟ੍ਰਿਕਟ ਵਿੱਚ ਸਹਿਮਤੀ ਤਦ ਬਣ ਸਕਦੀ ਹੈ ਅਗਰ ਤੁਸੀਂ ਇਸ ਤੇ 3, 4, 5 ਸਾਲ ਗਰਾਊਂਡ ਵਰਕ ਕਰੋ, ਤਦ ਨਾਟ ਐਟ ਦਾ ਟਾਈਮ ਆਫ ਅਨਾਉਂਸਮੈਂਟ ਆਫ। ਬਿਲਕੁਲ। ਮਤਲਬ ਕਿ ਇਹ ਨਹੀਂ ਹੈ ਕਿ ਤੁਸੀਂ ਇੱਕ ਕਹਿਣਾ, ਕਿਸੇ ਨੂੰ ਵੀ ਆਪਾਂ ਇੱਦਾਂ ਨਹੀਂ, ਤਜਰਬੇ ਦਾ ਵੀ ਮਾਇਨੇ ਰੱਖਦਾ। ਤਜਰਬੇ ਕਿ ਇੱਦਾਂ ਕੀ ਪਰਚੀਆਂ ਪਾਤੀਆਂ ਤੇ ਉਹਦੀ ਚੱਕ ਲਈ ਤੇ ਉਹ ਬਿਲਕੁਲ ਤੁਹਾਡੀ ਗੱਲ ਵੀ ਠੀਕ ਆ। ਤੇ ਖਾਲਸਾ ਜੀ, ਜੇਕਰ ਗੱਲ ਕਰੀਏ, ਤੁਸੀਂ ਸਾਬਕਾ ਸਕੱਤਰ ਵੀ ਰਹਿ ਚੁੱਕੇ ਹੋ DGPC ਦੇ ਵਿੱਚ, ਸਮਾਂ ਭਾਵੇਂ ਤੁਹਾਨੂੰ ਥੋੜ੍ਹਾ ਮਿਲਿਆ ਸੀਗਾ ਸੇਵਾਵਾਂ ਕਰਨ ਨੂੰ, ਤਾਂ
ਕਿਉਂਕਿ ਹਮੇਸ਼ਾ ਹਰ ਇੱਕ ਇਨਸਾਨ ਆ ਤੱਥ ਦੇ ਆਧਾਰ ਦੇ ਉੱਤੇ ਹੀ ਤੁਹਾਡੀ ਕਿਸੇ ਵੀ ਗੱਲ ਤੇ ਤੁਸੀਂ ਆਪ ਹੀ ਵੇਖ ਸਕਦੇ ਹੋ ਅਵੇਅਰ ਆ ਵੋਟਰ ਇਸ ਟਾਈਮ ਬਹੁਤ ਅਵੇਅਰ ਆ ਉਹ ਕਿਸੇ ਨੂੰ ਵੀ ਜੇਕਰ ਚੁਣੇਗਾ ਤਾਂ ਆਪਦੀ ਪੂਰੀ ਮੱਤ ਦਾ ਪ੍ਰਯੋਗ ਕਰੇਗਾ ਤਾਂ ਤੁਸੀਂ ਇੱਕ ਵਾਰੀ ਕਿਉਂ ਨਾ ਆਪਾਂ ਤੁਹਾਡੇ ਭਵਿੱਖ ਦੇ ਕੰਮਾਂ ਨੂੰ ਜਾਣਨ ਤੋਂ ਪਹਿਲਾਂ ਜੋ ਤੁਸੀਂ ਆਪਦਾ ਉਹ 1.5 ਸਾਲ ਦਾ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸਮਾਂ ਮਿਲਿਆ 1.5 ਸਾਲ ਦੇ ਦੌਰਾਨ ਤੁਸੀਂ ਕਿੰਨੇ ਕੁ ਐਕਟਿਵ ਸੀਗੇ ਰਮਨ ਜੀ ਵੈਸੇ ਕੀ ਹੈ ਕਿ ਇਹ ਸਵਾਲ ਤਾਂ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਇਹ ਤੁਸੀਂ ਪਬਲਿਕਲੀ ਮੇਰਾ ਲੈਣਾ ਚਾਹੀਦਾ ਸੀ ਕਿ 3 ਸਕੱਤਰ ਰਹੇ ਇਸ ਦੌਰਾਨ ਮੇਰੇ ਤੋਂ ਪਹਿਲੇ 1 ਸਕੱਤਰ ਰਿਹਾ 1.5 ਸਾਲ ਮੈਂ ਰਿਹਾ ਫਿਰ ਉਸ ਤੋਂ ਬਾਅਦ 3 ਸਕੱਤਰ ਰਿਹਾ ਪਬਲਿਕ ਇਜ਼ ਦਾ ਬੈਟਰ ਜੱਜ ਓਕੇ ਪਬਲਿਕ ਬੈਟਰ ਜੱਜ ਲੇਕਿਨ ਤੁਸੀਂ ਹੋਰ ਸਵਾਲ ਕਰ ਦਿੱਤਾ ਹੈ ਤੇ ਮੈਂ ਇਹ ਗੱਲ ਕਹਾਂਗਾ ਕਿ ਜਿਹੜੇ ਮੇਰੇ ਤੋਂ ਪਹਿਲੇ ਸਕੱਤਰ ਰਿਹਾ और मेरे तो बात में सकत्तर है इसलिए जो काम चला रहे हैं मैंने ज्वाइन दिस डिस्ट्रिक्ट गुरुद्वारा प्रबंधक कमेटी मेरे तो पहले सकत्तर ने वॉलंटरली रिजाइन देता कि मैं हेल्थ ग्राउंड पे रिजाइन दे रहा मैं काम नहीं कर एक तुम दसन की लोड़ नहीं रिजाइन मैं ऑलरेडी पेपर बिल्कुल अपने देखा जब मैं ज्वाइन किया मैं जो गल कह रहा अगर कितने भी गलती होवे इलैक्शन मुक जान कुछ हो जाए मैं जिसले मर्जी बुला लिया जे मैं उदों भी तुहानूं कहा सी मैं कभी किसी की पिठ ते गल नहीं करता मैं तुहानूं शायद याद होएगा मैं कहा सी कि 3 सकत्तर बिठाओ 2 साबका 1 मौजूदा फिर सामने गल लियाओ मैं आपना गल करना ठीक है हुण मैं किसी बारे कुछ कह जाऊँ किसी बारे कुछ कह जाऊँ दैट मैं बिलीव नहीं करता जब मैं ज्वाइन किया there was no account maintenance in DGPC मैं शब्द बड़े करारे कह रहा कोई हिसाब किताब नहीं सी ना कोई डेबुक सी ना कोई लेजर सी मैं दावा करता कि मैं पहला सेक्रेटरी हाँ जिसने डे बुक लागू कराई है DGPC जब पूछा डे बुक क्यों नहीं कहते जी भनगड़ बड़ी है जी छोटे नोट बड़े हैं जी ये लिखे नहीं जा सकते मैं माफ़ कर रहा मैं मेरी वर्डिंग सी मैं क्या जी अंबानी सोन तो पहले अपना लैपटॉप ऑफ करने तो पहले अपना अकाउंट लै सकता है तो ये डिस्ट्रिक्ट कमेटी का हिसाब नहीं लै सकती जे श्रोमणी गुरुद्वारा प्रबंधक कमेटी अमृतसर अपना महीने का चिट्ठा बाहर कर दी है क्या डिस्ट्रिक्ट कमेटी नहीं कर सकती इस करके मैं पहला जो कि काम किया स्वर्गवासी साहब तरलोचन सिंह वजीर अगर जिंदा होंगे अज मेरी गल की कोई पर दे जी मैं उन्होंने घर गया मैं क्या वजीर साहब तो कोई हिसाब नहीं ने मैं नहीं काम चला सकता उन्हें कहा भी पीछे छड़ अगे बढ़ा और अगर तुहानू टाइम मिले DGPC दफ्तर जाओ पुछो उत्थे जनरल मैनेजर है भाई अवतार सिंह टाइम तो डे बुक स्टार्ट होगी पहले भी ऐसी एक चीज दूजा गुरुद्वारा साहब के साड़ी प्रॉपर्टीज ने ठीक है मंदिर बाजार है रागपुरा है चैन बाजार है पंज तीर्थी है टाली साहब है नानक गुरुद्वारा है किसी ने किसी की कदे सुध नहीं ली कि किसका किराया आ रहा है किसका किराया नहीं जा रहा तो हैरानगी होएगी एक किराएदार रघुनाथपुरे का पिछले 25 साल का कोर्ट च किराया जमा करा रहा मैं पूछना चाहना जेडे मेरे तो पहले सकत्तर सन बड़ा चैलेंज करते पिछले 25 साल का मैं सेवा चाह मैं पूछागा भाई साहब वो किराया किने लेना सी उसमें मैं स्टीलमैन किया एक माई एक बजुर्ग उन्होंने औलाद नहीं सी खिलौने वाली गली डाकखाना वड्डा जमीन पुराना डाकखाना डब सी उसके नाल अपनी कोठी डिस्ट्रिक्ट गुरुद्वारा प्रबंधक कमेटी को सेल करके दे गए उन्होंने बाद मर्डर होया उन्हें तीजा मर्डर किया उन्होंने 10वां किसी ने नहीं किया लेकिन सारी डिस्ट्रिक्ट कमेटी ने उस जिस प्रॉपर्टी करके उन्होंने बच्चों उन्होंने बुजुर्गों को बाहर कढ़िया गया उस प्रॉपर्टी आज तक सुध नहीं ली ये मेरा उन्होंने पिछले रहने वाले लोगों को भी सवाल है ठीक है इन्होंने मेरे ते बहुत बड़ा इल्जाम लगाया जी इन्होंने गुरुद्वारा बेचे जी ठीक है ये मैं अगे एक बार जवाब दे चुका लेकिन फिर जवाब देना रमन जी तुसी भी गुरु ग्रंथ साहब का ਤੁਹਾਡਾ भी कीदा मेरा भी कीदा बिल्कुल सर जाओ अगर उत्थे मैं ज़्यादा दूर नहीं जाऊँगा ज़्यादा दूर जाऊँगा फिर बड़े बंदे पिछले लपेटे जाऊँगे मेरे तो पहले जरा सकत्तर का टाइम पीरियड है एक चीज मनते हो कि गलती तो बिना गुरुद्वारा हो सकता बिल्कुल भी नहीं हो सकता महाराज का प्रकाश करना महाराज सुखासन करना
उस 2.5 ਸਾਲ ਦੇ ਦੌਰਾਨ ਮੈਨੂੰ ਮੇਰੇ ਤੋਂ ਜਾਣ ਵਾਲਾ ਸਕੱਤਰ ਦਾ ਦੱਸ ਦੇ ਉੱਥੇ ਗ੍ਰੰਥੀ ਕੌਣ ਸੀ, ਮੈਨੂੰ ਜੋ ਸਜ਼ਾ ਲਾਉਗਾ ਭੁਗਤਾਂ। ਔਰ ਜਿਸ ਦਸ਼ਾ ਵਿੱਚ ਮੈਂ ਸੱਚੇ ਪਾਤਸ਼ਾਹ ਸਰੂਪ ਚੱਕਿਆ ਉੱਥੋਂ, ਮੈਂ ਸੋਸ਼ਲ ਮੀਡੀਆ ਐਕਸਪਲੇਨ ਨਹੀਂ ਕਰ ਸਕਦਾ। ਉਹ ਮੇਰੀ ਆਪਣੀ, ਅਗਰ ਮੈਂ ਇਸ ਤਰ੍ਹਾਂ ਹੁੰਦਾ ਤੇ ਮੈਂ ਉਸ ਨੂੰ ਤੁਹਾਡਾ ਕੈਮਰਾ ਨਾਲ ਲੈ ਕੇ ਜਾ ਕੇ ਚੁੱਕਦਾ। ਇਹ ਪੱਕਾ, ਅਗਰ ਇਹ ਮੇਰੀ ਜਗ੍ਹਾ ਇਹ ਹੁੰਦੇ ਪੱਕਾ ਹੀ ਕੰਮ ਕਰਦੇ। ਲੇਕਿਨ ਇਹਨਾਂ ਨੇ ਆਪਣੀ ਚੋਰੀ ਛੁਪਾਉਣ ਵਾਸਤੇ ਮੇਰੇ ਤੇ ਕੀਤਾ, ਬਕਾਇਦਾ ਪੇਪਰ 'ਚ ਐਡਵਰਟਾਈਜ਼ਮੈਂਟ ਹੋ ਕਿਸੇ ਲਿਸਟ 'ਤੇ ਕੀਤਾ ਸਾਰਾ ਕੁਝ। ਔਰ ਕਈ ਬੰਦੇ ਸਵਾਲ ਪੁੱਛਦੇ ਨੇ ਜੀ ਉੱਥੇ ਨੇ, ਦੇਰ ਇਜ਼ ਨੋ, ਮੈਂ ਇੱਕ ਕੋਲ ਹੋਰ ਕਹਿਣਗਾ ਜੀ, ਮੈਂ ਸੌਰੀ ਮੈਂ ਨਹੀਂ ਕਹਾਂਗਾ ਕਿ ਕੋਈ ਡਾਕੂਮੈਂਟੇਸ਼ਨ ਨਹੀਂ ਹੈ ਕਿਸੇ ਲੈਣ ਦੀ, ਕਿਸੇ ਲੈਣ ਦੀ ਵੀ ਕੋਈ ਡਾਕੂਮੈਂਟ ਨਹੀਂ। ਇਹ ਚਾਂਦ ਨਗਰ ਦਾ ਡਾਕੂਮੈਂਟ ਮੈਂ ਮੇਨਟੇਨ ਕਰਾਇਆ ਸਨ, ਉਹ ਅਧੂਰੀ ਫਾਈਲ ਮੇਰੇ ਕੋਲ ਅੱਜ ਹੀ ਪਈ ਹੈ। ਉਹਦੇ ਬਾਅਦ ਨਾ ਕਿਸੇ ਨੇ ਸਪੈਰਵੇ ਕੀਤੀ। ਮਾਈ ਰਾਮਾ ਦੇ ਗੁਰਦੁਆਰੇ ਦੀ ਕੀਤਾ, ਰਣਾਕਪੁਰਾ ਗੁਰਦੁਆਰਾ ਭਾਈ ਸਾਹਿਬ ਮਹਾਰਾਜ ਸਾਹਿਬ ਸੂਟ ਚੁੱਕ ਕੇ ਕਦੇ ਇੱਧਰ ਕਰਦੇ ਸਨ, ਉੱਪਰ ਛੱਤ ਚੋਰਿਆ ਸੀ, ਉਹ ਰਿਪੇਅਰ ਕਰਾਇਆ। 533 ਗੁਰਦੁਆਰਾ ਰਿਪੇਅਰ ਕਰਾਇਆ, ਜਿੱਥੇ ਚਾਂਦ ਨਗਰ ਮੇਨ ਸਮਾਗਮ ਹੁੰਦਾ। ਇੱਕ ਵਾਰ ਮੈਂ ਜਦ ਫਸਟ ਟਾਈਮ ਬਣਿਆ, ਮੈਨੂੰ ਯਾਦ ਹੈ ਮੈਂ 3 ਨਵੰਬਰ ਨੂੰ ਬਣਿਆ ਤੇ 5-7 ਦਿਨ ਬਾਅਦ ਗੁਰਪੁਰਬ ਸੀ। ਠੀਕ ਹੈ, ਇਹ ਵੈਰੀਫਾਈ ਕਰ ਲਓ ਤੁਸੀਂ। ਗੁਰਪੁਰਬ ਸੀ, ਬਾਬੇ ਕਾਰ ਸੇਵਾ ਵਾਲੇ ਦੀ ਗੱਡੀ ਨੁਸ਼ਹਿਰੇ ਫੱਟੇ ਲੈਣ ਵਾਸਤੇ ਗਈ ਕਿ ਅਸੀਂ ਸਟੇਜ ਬਣਾਉਣੀ ਹੈ। ਜੀ ਮੈਂ ਰਿਪੀਟ ਕਰ ਰਿਹਾ ਗੱਲ, ਨੁਸ਼ਹਿਰੇ ਫੱਟੇ ਲੈ ਕੇ ਗਈ, ਲੈਣ ਗਈ, ਲੈ ਕੇ ਫੱਟੇ ਸਟੇਜ ਬਣਾਈ, ਖੋਲ ਕੇ ਗੱਡੀ ਫਿਰ ਨੁਸ਼ਹਿਰੇ ਛੱਡ ਗਈ। ਇੱਕ ਹੋਰ ਸਬੂਤ ਤੁਹਾਨੂੰ ਦੇ ਦਿਆਂ, ਇਹ ਪਲਾਈ ਵਾਲੇ ਜੇ ਆਪਣੇ ਸੌਂਦੀ ਪਲਾਈ ਵਾਲੇ ਕਜਵਾਣੀ, ਇਹਨਾਂ ਕੋਲ 12 ਪਲਾਈਆਂ ਲਿਆਂਦੀਆਂ ਸੀ ਸਲੋਪ ਬਣਾਉਣ ਵਾਸਤੇ। 2 ਪਲਾਈਆਂ ਗੁੰਮ ਗਈਆਂ, 2 ਦੇ ਪੈਸੇ ਦਿੱਤੇ ਉਹਨਾਂ ਨੂੰ। ਹਰ ਸਾਲ ਕੀ ਕਰਦੇ ਸਨ, ਫੱਟੇ ਕਿਸੇ ਕੋਲੋਂ, ਪਲਾਈਆਂ ਕਿਸੇ ਕੋਲੋਂ, ਫਿਰ ਜਿਹੜੇ ਬਹਿਣਾ, ਇਹ ਇੱਕ ਫੱਟਾ ਉਖੜ ਗਿਆ, ਕਿੱਲ ਉਖੜ ਗਿਆ, ਇਹ ਹੋ ਗਿਆ। ਉੱਥੇ ਮਹਾਰਾਜ ਸਾਹਿਬ ਸਟੇਜ ਤੁਹਾਡੇ ਸਾਹਮਣੇ, ਤੁਸੀਂ 2 ਘੰਟੇ ਅੰਦਰ ਜਾ ਕੇ ਉੱਥੇ ਸਮਾਗਮ ਦੀ ਤਿਆਰੀ ਕਰ ਸਕਦੇ ਹੋ। ਜਿੱਥੇ ਮਹਾਰਾਜ ਸਾਹਿਬ ਪਿੱਛੇ ਲੰਗਰ ਬਣਦਾ ਚਾਂਦ ਨਗਰ, ਉਹ ਵੱਡੀ ਬਿਲਡਿੰਗ ਦੇ ਪਿੱਛੇ, ਉੱਥੇ ਗੰਦਗੀ ਦਾ ਕੀ ਹਿਸਾਬ ਸੀ ਮੈਂ ਤੁਹਾਨੂੰ ਆਈ ਕਾਂਟ ਐਕਸਪਲੇਨ। ਉਹ ਝਗੜਾ ਸੀ ਕਾਫ ਨਾਲ, ਜਿਸ ਤਰ੍ਹਾਂ ਵੀ ਕੀਤਾ, ਉੱਥੇ ਲੰਗਰ ਹਾਲ ਬਣਾਇਆ, ਪਾਣੀ ਦਾ ਬੋਰ ਕਰਵਾਇਆ, ਪੂਰਾ ਬੰਦੋਬਸਤ ਕੀਤਾ, ਮੁੰਡਿਆਂ ਵਾਸਤੇ ਰਹਿਣ ਦੀ, ਸੌਣ ਦੀ ਥਾਂ ਬਣਾਈ। ਉਹ ਜਿਹੜੇ ਮੁੰਡੇ ਵਾਸਤੇ ਲੰਗਰ ਬਣਾਉਂਦੇ ਨੇ, ਇਹ ਗੱਲ ਉਹਨਾਂ ਨੂੰ ਕਰਨੀ ਚਾਹੀਦੀ। ਅਫਸੋਸ ਉਹ ਵੀ ਇਸ ਗੱਲ 'ਤੇ ਨਹੀਂ ਬੋਲੇ। ਚਲੋ ਹੁਣ ਇਹ ਮੈਂ ਜੋ ਕਰ ਰਿਹਾ ਨਾ, ਇਹ ਮੈਂ ਕੋਈ ਆਸਾਨ ਨਹੀਂ ਜਿਤਲਾਇਆ, ਮੈਂ ਕਿਹੜਾ ਕੋਈ ਆਪਣੀ ਕੋਲੋਂ ਕੀਤਾ, ਲੇਕਿਨ ਮੈਂ ਜੋ ਸਮਾਂ ਦਿੱਤਾ, ਜਥੇਦਾਰ ਮਹਿੰਦਰ ਸਿੰਘ ਹੋਰੀ, ਜਥੇਦਾਰ ਮਨਮੋਹਨ ਸਿੰਘ ਹੋਰੀ, ਅਸੀਂ ਤਿੰਨੋਂ ਸਾਂ, ਅਸੀਂ ਤਿੰਨਾਂ ਰਲ ਮਿਲ ਕੇ ਸਾਰਾ ਸਿਸਟਮ ਚਲਾਇਆ। ਉਸ ਦੇ ਬਾਅਦ ਜਿਸਲੇ ਮੈਂ ਜੁਆਇਨ ਕੀਤਾ, ਡਿਸਟ੍ਰਿਕਟ ਕਮੇਟੀ ਦਾ ਕੋਈ ਆਫਿਸ ਨਹੀਂ ਸੀ। ਜੀ ਠੀਕ ਹੈ, ਇੱਕ ਕੁਰਸੀ ਪਈ ਸੀ ਬਾਬਾ ਫਤਿਹ ਸਿੰਘ ਗੁਰਦੁਆਰੇ, 2 ਕੁਰਸੀਆਂ, 2 ਕੁਰਸੀਆਂ ਪਈ ਸੀ ਉਹ ਪਿੱਛੇ ਚਾਂਦ ਨਗਰ ਸਕੂਲ ਦੇ ਬਿਲਡਿੰਗ ਦੇ ਨਾਲ ਆਫਿਸ ਬਣਾਇਆ। ਬਕਾਇਦਾ ਇੱਕ ਰਿਪੋਰਟਡ ਪਲੇਸ ਬਣਾਇਆ ਜਿੱਥੇ ਬੰਦਾ ਬੈਠ ਕਿਸੇ ਨਾਲ ਗੱਲ ਕਰ ਸਕਦਾ। ਠੀਕ ਹੈ, ਉਹਦੇ ਬਾਅਦ ਥੱਲੇ ਤੁਸੀਂ ਦੇਖਦੇ ਹੋ ਪਾਰਕਿੰਗ ਦਾ ਕਿੰਨਾ ਖਲਾਰ ਪਿਆ ਜੀ, ਹੈ ਨਾ, ਗੱਡੀਆਂ ਖੜੀਆਂ ਪਈਆਂ। ਉਹ ਪਾਰਕਿੰਗ ਕੰਟੈਕਟ ਦਿੱਤੀ ਅਸੀਂ ਸਾਰਿਆਂ ਨੇ ਮਿਲ ਕੇ। ਉਹ ਪਾਰਕਿੰਗ ਅਸੀਂ 10,000 ਰੁਪਏ ਮਹੀਨਾ ਸ਼ੁਰੂ ਕੀਤੀ, ਲਾਸਟ ਵਾਰੀ ਅਸੀਂ 50,000 ਰੁਪਏ ਮਹੀਨਾ ਲਿਆ ਉਸ ਬੰਦੇ ਕੋਲ ਪਾਰਕਿੰਗ ਦਾ ਕੰਟੈਕਟ, ਗੱਡੀ ਖੜੀ ਕਰਨਾ। ਜੀ ਇਹਨਾਂ ਲੋਕਾਂ ਨੇ ਜਿਹੜੇ ਅੱਜ ਦਵਾਈਆਂ ਪਾਏ ਕਰਦੇ ਨਾ, ਇਹ ਜੀ ਮੈਂ ਸਾਰੀਆਂ ਸੰਸਥਾਵਾਂ ਦਾ ਐਡਾ ਜੀ, ਮੈਂ ਇਹ ਕਰ ਰਿਹਾ ਜੀ, ਮੈਂ ਫਲਾਣੀ ਚੀਜ਼ ਕੀਤੀ, ਮੈਂ ਫਲਾਣੀ ਕੀਤੀ। ਇਹਨਾਂ ਲੋਕਾਂ ਰੌਲਾ ਪਾਇਆ ਜੀ ਪਾਰਕਿੰਗ ਕਿਉਂ ਲੈ ਰਹੇ ਹੋ ਜੀ, ਅਸੀਂ ਕਿਹਾ ਨਾ ਬੰਦ ਕਰਦੇ, ਕੋਈ ਗੱਲ ਨਹੀਂ, ਇਹਨਾਂ ਦੀ ਮਰਜ਼ੀ। ਹੋਰਡਿੰਗਸ 3 ਹੋਰਡਿੰਗ ਲੱਗੀਆਂ ਨੇ ਚਾਂਦ ਨਗਰ, 3-4 ਹੋਰਡਿੰਗ ਲਵਾਈਆਂ ਮੈਂ ਕਿਤੇ ਆਪਣੇ ਬਾਬਾ ਫਤਿਹ ਸਿੰਘ ਗੁਰਦੁਆਰੇ। ਜੀ ਇੱਕ ਹੋਰਡਿੰਗ ਦਾ 3.25 ਲੱਖ ਰੁਪਏ ਸਾਲ ਦਾ ਲੈਂਦੇ ਰਹੇ ਅਸੀਂ। ਮੈਂ ਦਾਅਵੇ ਨਾ ਕਹਿਣਾ ਮੇਰੇ ਜਾਣ ਤੋਂ ਬਾਅਦ ਕੋਈ ਹੋਰਡਿੰਗ ਕਿਰਾਏ ਤੇ 2-4 ਮਹੀਨੇ ਬਾਅਦ ਲੱਗੀ ਹੋਈ, ਮੈਨੂੰ ਨਹੀਂ ਪਤਾ ਲੱਗੀ ਕਿ ਨਹੀਂ ਲੱਗੀ। ਉਹ 60-70 ਹਜ਼ਾਰ ਦੀ ਹੋਰਡਿੰਗ ਤਿਆਰ ਹੋਈ ਤੇ 3,25,000 ਰੁਪਇਆ ਸਾਨੂੰ ਸਾਲ ਦਾ ਕਿਰਾਇਆ ਆ ਰਿਹਾ ਸੀ। ਠੀਕ ਹੈ, ਉਹਦੇ ਬਾਅਦ ਗੁਰਦੁਆਰਾ ਚਾਂਦ ਨਗਰ ਜਿਹੜਾ ਅਸੀਂ ਉਹਨੂੰ ਪ੍ਰੋਪਰ ਮੇਨਟੇਨ ਕੀਤਾ, ਔਰ ਉੱਥੇ ਅਜੇ ਹੋਰ ਵੀ ਬੜੇ ਪ੍ਰੋਜੈਕਟਸ ਸਾਡੇ, ਅਸੀਂ ਕਾਫੀ ਸਾਰਿਆਂ ਮਿਲ ਕੇ ਸਲਾਹ ਕੀਤੀ ਸੀ ਕਿ ਕੋਈ ਅੱਗੇ ਕਰਾਂਗੇ, ਬਦਕਿਸਮਤੀ ਕਿਉਂਕਿ ਨਹੀਂ ਹੋ ਪਾਏ। ਔਰ ਸਾਡੇ ਜਹਿਨ 'ਚ ਅੱਜ ਵੀ ਹੈ ਗੁਰਦੁਆਰਾ ਅਸ਼ੋਕ ਨਗਰ ਤੁਹਾਡੇ ਸਾਹਮਣੇ ਸੀ, ਬਿਲਕੁਲ। ਅੱਜ ਸ਼ਹਿਰ ਦੀ ਐਂਟਰੈਂਸ ਵਿੱਚ ਸ਼ਾਨ ਹੈ ਸਾਡੀ। 1 ਸਾਲ ਦੇ ਅੰਦਰ ਅਸੀਂ ਸਾਰਿਆਂ ਨੇ ਮਿਲ ਕੇ ਉਹ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ। 1 ਸਾਲ ਅੰਦਰ ਮਹਾਰਾਜ ਸਾਹਿਬ ਪ੍ਰਕਾਸ਼ਿਤ ਕਰਵਾਇਆ। ਅੱਜ ਇੱਥੇ ਸਾਡੀ ਮਤਲਬ ਤੁਸੀਂ ਦੇਖਦੇ ਹੋ ਕਿ ਕਹਿਣ ਦੀ ਲੋੜ ਨਹੀਂ ਹੈ। ਬਿਲਕੁਲ। ਰਹੀ ਗੱਲ, ਇਹੋ ਜਿਹੇ ਅਨੇਕਾਂ ਕੰਮ ਨੇ, ਖਾਓ
4 ਸਾਹਿਬਜ਼ਾਦੇ ਦਾ ਟੂਰਨਾਮੈਂਟ ਹੋਏ, ਖਾਓ ਬੱਚਿਆਂ ਦਾ ਕੋਈ ਗੱਤਕਾ ਕੰਪੀਟੀਸ਼ਨ ਹੋਏ, ਇਹ ਅਸੀਂ ਸਾਰੇ ਕਰਵਾਏ। ਔਰ ਜਿੰਨਾ ਕੁ ਸਾਨੂੰ ਸਮਾਂ ਮਿਲਿਆ ਅਸੀਂ ਆਪਣੇ ਮਤ ਬੁੱਧੀ ਅਨੁਸਾਰ ਉਹ ਕਰਨ ਦੀ ਕੋਸ਼ਿਸ਼ ਕੀਤੀ। ਔਰ ਸਾਡੇ ਕਈ ਸਵਾਲ ਉੱਠਦਾ ਨਾ, ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ? ਰਮਨ ਜੀ ਸਾਰੇ ਰੌਲਾ ਪਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਟੈਚੂ। ਅੱਜ ਇਹ ਗੱਲ ਕਹਿਣਾ ਕਿ ਮੇਰੇ ਟੈਨਿਓਰ ਦੇ ਦੌਰਾਨ ग्वालियर प्रभात राय स्टैचू वाला उसने प्रधान सन मनजिंदर सिंह सिरसा जी ते लौंगोवाल साहब सन SCPC दे। इन्होंने एक स्टैचू बनवाया सी चप्पड़चिड़ी के मैदान से बाबा बंदा सिंह बहादुर दा। एक उन्होंने बनाया सी दिल्ली से, उसका फ्रेम जो सी पिया सी उन्होंने कोल। असीं इन्होंने थ्रू अप्रोच की, ये कहते साडा स्टैचू तो बनया 40-45 लाख रुपए का, ਤੁਹਾਨੂੰ ਅਸੀਂ ਸਟੈਚੂ ਸਸਤਾ ਬਣਾ ਦੀ, ਉਹਦਾ ਫਰੇਮ ਬਣਿਆ ਪਿਆ। ਸਾਡੀ ਉਸ ਵੇਲੇ ਗੱਲ ਮੁੱਕੀ 22 ਲੱਖ ਰੁਪਏ 'ਚ। ਉਹਨਾਂ ਨਾਲ 2 ਲੱਖ ਰੁਪਇਆ ਮੇਰੇ ਟਰਨਰ ਦੇ ਦੌਰਾਨ ਉਹਨੂੰ ਐਡਵਾਂਸ ਗਿਆ ਜੀ। ਸਾਨੂੰ ਉਹਨੇ ਜਿਹੜੇ ਨੋ ਕਾਨਫਰੰਸ ਕੀਤਾ, ਉਹਦੇ ਬਾਅਦ ਅਸੀਂ ਫਿਰ ਮੀਟਿੰਗ 'ਚ ਗਏ। ਮੈਂ ਮਨਮੋਹਨ ਹੋਰੀ, ਜਥੇਦਾਰ ਮਹਿੰਦਰ ਸਿੰਘ ਹੋਰੀ, ਅਸੀਂ ਕਿਹਾ ਵੀ ਤੁਸੀਂ ਉਹ ਕਿਉਂ ਨਹੀਂ ਅੱਗੇ ਫਾਲੋ ਕਰਦੇ? ਉਹਨਾਂ ਕਿਹਾ ਜੀ ਕਾਪਰ ਮਹਿੰਗਾ ਹੋ ਗਿਆ। ਫਿਰ TS ਵਜ਼ੀਰ ਨੇ ਨੈਗੋਸ਼ੀਏਟ ਕੀਤਾ ਉਹਨਾਂ ਨਾਲ, ਫਿਰ ਗੱਲ ਮੁੱਕੀ 25 ਲੱਖ 'ਚ ਕਿ ਇੰਨਾ ਕਾਪਰ ਮਹਿੰਗਾ ਹੋ ਗਿਆ, ਸਾਈਜ਼ ਇੰਨੇ ਪੈਸੇ ਫਾਲਤੂ ਲਵਾਂਗੇ। 5 ਲੱਖ ਰੁਪਇਆ ਇਹਨਾਂ ਹੋਰ ਭੇਜਿਆ। ठीक है, पिछे रह गया उन्होंने 20 लाख रुपया। इन्हें 20 लाख रुपया नहीं भेजा, इस करके नहीं भेजा कि जिसले मेरे तो पहले सकत्तर छड़ के गए, उन्हें एक दुकान की लीज देती थी 19,50,000 रुपये की, उसके होर पैसे पा के उन्होंने बनाई FTR 20 लाख रुपये की। वो FTR घर ना लैके चले गए। वो कहते जी मैं इस कमेटी में देना, मैं नवी कमेटी देंगा जी। ये तो गल्लां करने वाली हूँ। ये अगर ज़्यादा जाएंगे तो मैं नहीं समझता मैं किसी जो होइयां बीतियां गल्लां मैं तुहानूं गल करदा। बिल्कुल। तो एक ना थोड़े समय पहला मैं गल भी सुनी सी, थोड़िया फोटोग्राफ्स भी देखे सी कि एक मटन गुरुद्वारा साहिब का बड़ा रहिंदा विशा कि उत्थे कोई ना कोई डिस्प्यूट जिहड़ा चल रहा है ना कुछ फैमिलीज़ का। उत्थे क्या है रमन जी के वो बलवंत होरी कई बार अपनी स्पीच जिक्र करते होंगे ना, द ब्रेन ऑफ सिक्स सर करतार सिंह जी। वो अज तो सारे कन्विंस है ना, कारा जहाज आया गड्डी, वो कहते किसी ने बस से सिर जाया करते सन केस लड़ने वास्ते मटन उसको द्वारा। ठीक है, और मैं थोड़ी उतों दी फोटोग्राफ्स देखी हैं। मैं तो दस लगा ना कि होया कि एक बॉलीवुड एक्ट्रेस है प्रीति सप्रू जी। ठीक है, उसने मेरे नाल एज ए जनरल सैकटरी साहब मैंने कॉन्टैक्ट किया कि खालसा जी मैं इतों एक यात्रा लैके जानी चाहिए गुरु तेग बहादुर साहब के नाम की, कितने चांदनी चौक, गुरु तेग बहादुर साहब की शहादत पर जी। एक यात्रा अरेंज की थी। इतों यात्रा गई, साढ़े उन्होंने थोड़े से रिलेशन बधे। और यात्रा दौरान उत्थे मैं कहा जी सानू एक बड़ा अफसोस है कि तुसी यात्रा तो कड्ढी है, लेकिन साढ़े गुरुद्वारे डिस्प्यूट है, तुसी क्यों नहीं हल करते? उसने लेडी ने इन्ना इनिशिएटिव लिया, उस भैन मेरी ने 5 दिन उन्हें कैंप किया मटन। मैं भी सर, जथेदार मनमोहन सिंह जी, बलवंत सिंह होरी सन, मनजीत सिंह, रॉकी सी, असीं 5-7 बंदे गए, पंडित भी आए, नैगोशिएशन हुई। तुसीं कदे गए हो ना, उत्थे पानी मिलता है, पानी ना झरने चों पानी बाहर निकल रहा है जी। उत्थे मसला सी कि वो पानी का टच चाहते सन दोनों, मंदिर वाले भी ते गुरद्वारा साहब वाले भी। एक गल वो लॉजिक करने च उन्होंने लॉजिक बड़ा सही सी कि जिसले गुरु साहब गए ना, उस वेले कोई सिखां दा स्थान तो नहीं सी ना उत्थे। जो डिस्कशन है मैं तेनों गल कर रहा, वो गए तो उन्होंने सनातन धर्म के स्थान पर गए ना जी। यू गॉट माय पॉइंट? बिल्कुल। कि ਉਹਨਾਂ ਦੇ ਜਾਣ ਦੇ ਬਾਅਦ ਸਾਡੇ ਵਾਸਤੇ ਜਗ੍ਹਾ ਪਵਿੱਤਰ ਤਾਂ ਹੋਈ ਜਦ ਗੁਰੂ ਨਾਨਕ ਸਾਹਿਬ ਚਰਨ ਛੋਹ ਪ੍ਰਾਪਤ ਹੋਈ। ਉਹ ਸਾਡੇ ਨਾਲ ਐਗਰੀ ਹੋ ਗਏ 4-5 ਜਗ੍ਹਾ ਵਾਸਤੇ, 4-5 ਜਗ੍ਹਾ ਵਾਸਤੇ ਨਾ, ਉਹ ਸਾਡੇ ਨਾਲ 4-5 ਜਗ੍ਹਾ ਵਾਸਤੇ ਐਗਰੀ ਹੋਏ। ਔਰ ਬਗਦਾ ਪਾਣੀ ਜਿਹੜਾ ਉਹਨਾਂ ਕਿਹਾ ਇੱਕ ਕਿਨਾਰਾ ਤੁਹਾਡਾ, ਇੱਕ ਕਿਨਾਰਾ ਸਾਡਾ। ਲੇਕਿਨ ਬਦਕਿਸਮਤੀ ਉੱਥੇ ਸਾਡੇ ਹੀ ਲੋਕਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਤੇ ਉਹ ਕਿਸੇ ਦੇ ਮਕਾਨ ਦੀ ਖਿੜਕੀ ਦਾ ਪ੍ਰੋਬਲਮ ਆ ਗਈ, ਕਿਸੇ ਕੁਛ ਪ੍ਰੋਬਲਮ ਆ ਗਿਆ ਤੇ ਉਹ ਕੰਮ ਉੱਥੇ ਉੱਥੇ लड़के रह गया। और प्रीति सप्रू कोरोना के दौरान भी थे आई, उसने कहा था जी उन्हें एक बाबा जी संत भूरियाल ने गल की तो जिस मैं भूरियाल की गल चली, फिर बाबा भीरज कह लगे जी तुम उन्होंने कह रहे हो असीं बना देना, तुम सानू सेवा का मौका दो। लेकिन उसके बाद
ਉਸ ਮੇਰੀ ਭੈਣ ਦੀ ਵੀ ਸੁਪਨਾ ਅਧੂਰਾ ਰਹਿ ਗਿਆ, ਉਹ ਅੱਜ ਵੀ ਕਈ ਵਾਰੀ ਫੋਨ ਕਰਦੀ ਹੈ ਤੇ ਮੈਂ ਉਸ ਨੂੰ ਕਿਹਾ ਚਲੋ ਮੈਂ ਜੇਕਰ ਕੋਈ ਸੇਵਾ ਮਿਲੇਗੀ ਦੁਬਾਰਾ ਤੇ ਕਰਾਂਗੇ। ਇਹ ਉਸ ਜੀ, ਇਹ ਉਸ ਸਮੇਂ ਦਾ ਮਤਲਬ ਕਹਿ ਸਕਦੇ ਤੁਹਾਡਾ ਇਨੀਸ਼ੀਏਟਿਵ ਸੀਗਾ ਕਿ ਜਿਹੜਾ ਲਿਆ ਤੇ ਉੱਥੇ ਹੀ ਰਿਹਾ। ਤੇ ਹੁਣ ਚੱਲਦੇ ਹਾਂ ਭਵਿੱਖ ਦੇ ਵਿੱਚ, ਕਿਉਂਕਿ ਸਾਰੀ ਖਾਲਸਾ ਜੀ ਆਪਦਾ ਮੈਨੀਫੈਸਟੋ ਦੱਸ ਰਹੇ ਨੇ ਤੇ ਕਿਉਂ ਨਾ ਤੁਹਾਡਾ ਮੈਨੀਫੈਸਟੋ ਵੀ ਜਾਣ ਲੈਂਦੇ ਹਾਂ। ਦੇਖੋ ਜੀ, ਅਸੀਂ 3 ਕੈਂਡੀਡੇਟ ਬੈਠੇ ਹਾਂ ਜੀ। ਰਮਨ ਜੀ, ਮੈਂ ਤੇ ਹੈਰਾਨ ਹਾਂ ਕਿ ਮੇਰੇ ਤੋਂ ਪਹਿਲਾਂ ਜਿਹੜੇ ਕੈਂਡੀਡੇਟਸ ਇਕੱਲੇ ਬੈਠ ਕੇ ਇੰਟਰਵਿਊ ਦੇ ਰਹੇ ਆ, ਆਪਣਾ ਮੈਨੀਫੈਸਟੋ ਡਿਕਲੇਅਰ ਕਰ ਰਹੇ ਆ। ਪਤਾ ਨਹੀਂ ਫਿਰ ਉਹ ਜਾਂ ਮੈਂ ਗਲਤ ਹਾਂ, ਮੈਂ ਵੀ ਗਲਤ ਹੋ ਸਕਦਾ, ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ। ਮੈਨੀਫੈਸਟੋ ਉਸ ਦਾ ਹੁੰਦਾ ਹੈ ਜਿਸ ਦਾ ਪੈਨਲ ਹੋਏ, ਠੀਕ ਹੈ। ਰਮਨ ਜੀ 11 ਮੈਂਬਰ ਚੁਣੇ ਜਾਣੇ ਆ ਜੀ, ਜਿਹਦੇ ਨਾਲ 6 ਹੋਣਗੇ ਉਹਦੀ ਕਮੇਟੀ ਬਣਨੀ ਹੈ, ਬਿਲਕੁਲ ਮੰਨਦੇ ਨਾ, ਘੱਟੋ ਘੱਟ 6। ਇੱਕ ਪ੍ਰਧਾਨ, ਵਾਈਸ ਪ੍ਰਧਾਨ, ਸੈਕਟਰੀ, ਜੁਆਇੰਟ ਸੈਕਟਰੀ, ਕੈਸ਼ੀਅਰ ਤੇ ਇੱਕ ਮੈਂਬਰ, ਬਿਲਕੁਲ ਠੀਕ ਹੈ। ਮੈਂ ਹੁਣ ਇਕੱਲੇ ਮੈਂਬਰਾਂ ਤੋਂ ਪੁੱਛਣਾ ਚਾਹਨਾ, ਭਾਈ ਤੁਹਾਡੇ ਬਾਕੀ 10 ਕੌਣ ਹੋਣਗੇ? ਮੈਨੀਫੈਸਟੋ ਮੀਨਸ ਕਿ ਤੁਸੀਂ ਇਹ ਚੀਜ਼ ਲਾਗੂ ਕਰਵਾਉਣੀ ਹੈ, ਆਈ ਹੈ ਨਾ ਜਿੱਦਾਂ ਮੈਂ ਨਹੀਂ ਨੌਲੇਜ। ਬਿਲਕੁਲ। ਫਿਰ 10 ਬੰਦੇ ਤੁਹਾਡੀ ਮਰਜ਼ੀ ਦੇ ਨਹੀਂ ਆਣ ਤੇ ਤੁਹਾਡਾ ਮੈਨੀਫੈਸਟੋ ਕੌਣ ਲਾਗੂ ਕਰੇਗਾ? ਇੱਥੇ ਗੱਲ ਟੁਕਦਾ ਤੁਹਾਡੀ ਮੈਂ, ਗੱਲ ਆਈ ਮੋਹਨ ਸਿੰਘ ਲੰਡਨ, ਠੀਕ ਹੈ। ਮੇਰੇ ਤੋਂ ਪਹਿਲਾਂ ਕਿਸੇ ਨੇ ਕੋਈ ਪੋਸਟਰ ਇਸ਼ਤਿਹਾਰ ਹੋਰਡਿੰਗ ਨਹੀਂ ਲਾਈ। ਮੈਂ ਇਹਨਾਂ ਨੂੰ ਕਿਹਾ ਕਿ ਹਰ ਗੁਰਪੁਰ 'ਤੇ ਫੋਨ ਆਉਂਦਾ, ਉਹ ਜੀ ਕਦੋਂ ਆ ਰਹੇ ਗੁਰਪੁਰ ਜੀ? ਮੈਂ ਕਿਹਾ ਇੱਕ ਹੋਰਡਿੰਗ ਬਣਾਓ, ਛੋਟੇ ਬੋਰਡ ਸਾਰੇ ਫਲੈਕਸ ਲਾ ਦਿਓ, ਲੱਗ ਗਏ ਸਾਰੇ ਜੀ। ਮੇਰੇ ਦੌਰਾਨ ਹਾਲਾਂਕਿ ਮੇਰਾ ਵਿਸ਼ੇ ਨਹੀਂ ਹੈ, ਮੈਂ ਫਿਰ ਕਹਿ ਰਿਹਾ, ਮੈਂ ਹਰ ਜਗ੍ਹਾ ਕਹਿਣਾ ਕਿ ਮੈਨੂੰ ਇਸ ਕਨਸੈਪਟ ਦੀ ਨੌਲੇਜ ਨਹੀਂ ਹੈ ਕੈਲੰਡਰ ਸੀ, ਲੇਕਿਨ ਇੰਨਾ ਮੈਂ ਜ਼ਰੂਰ ਸੋਚੀ ਰੱਖਦਾ ਕਿ ਡੇਟਸ ਫਿਕਸ ਹੋਣੀ ਚਾਹੀਦੀ ਸਾਡੀਆਂ, ਕਿ ਸਾਡੀ ਜਨਰੇਸ਼ਨ ਨੂੰ ਪਤਾ ਹੋਏ ਕਿ ਸਾਡਾ ਕਿਹੜਾ ਤਰੀਕ ਕਿਹੜਾ ਕਦੋਂ ਆ ਰਿਹਾ। ਕਿਉਂਕਿ ਮੈਂ ਵੀ ਇੱਥੇ ਜ਼ਰੂਰ ਗੱਲ ਸਾਂਝੀ ਕਰਨਾ ਚਾਹਾਂਗੀ ਖਾਲਸਾ ਜੀ, ਕਿ ਅਕਸਰ ਹੀ ਕਿਹਾ ਜਾਂਦਾ ਕਿ ਇਹ ਅਸੀਂ ਦਿਹਾੜਾ ਤਾਂ ਮਨਾ ਰਹੇ ਹਾਂ ਕਿਉਂਕਿ ਜੋ ਸਾਨੂੰ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ। ਕਿ ਤੁਸੀਂ ਵੀ ਇਸ ਚੀਜ਼ 'ਚ ਕਹਿੰਦੇ ਇਹੀ ਚੀਜ਼? ਮੈਂ ਜਥੇਦਾਰ ਸਾਹਿਬ ਨਾਲ, ਮੈਂ ਤੁਹਾਨੂੰ ਕਹੋਗੇ ਤੁਹਾਨੂੰ ਆਪਣੀ ਉਹ ਸ਼ੇਅਰ ਕਰ ਦਿਆਂਗਾ, ਜਥੇਦਾਰ ਮਨਮੋਹਨ ਸਿੰਘ, ਬਲਵੰਤ ਸਿੰਘ, ਮਨਜੀਤ ਸਿੰਘ ਰੌਕੀ, ਰਮਾਨੰਦ ਸਿੰਘ, ਅਸੀਂ 5-7 ਬੰਦੇ ਸਪੈਸ਼ਲੀ ਗਏ ਕਿਤੇ ਦਮਦਮਾ ਸਾਹਿਬ। ਜੀ। ਗਿਆਨੀ ਜੀ ਨਾਲ ਗੱਲ ਹੋਈ, ਹਰਪ੍ਰੀਤ ਸਿੰਘ ਹੋਰਾਂ ਨਾਲ, ਅਸੀਂ ਪੁੱਛਿਆ ਜੀ ਤੁਸੀਂ ਇਹ ਦੁੱਧ 'ਚ ਪਾਇਆ ਕੌਣ? ਉਹ ਕਹਿੰਦੇ ਜੀ ਅਕਾਲ ਤਖਤ ਦਾ ਕਿਹੜਾ ਕੈਲੰਡਰ ਸਾਨੂੰ ਸਾਬਤ ਕਰਕੇ ਦਿਓ। ਇਹ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਜੀ, ਠੀਕ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੁੰਗਰ ਸਾਹਿਬ ਨੂੰ ਬੁਲਾ ਕੇ ਲਾਗੂ ਕਰਵਾਇਆ ਨਾ, ਮਾਫ ਕਰਨਾ, ਉਹਨਾਂ ਨੇ ਉਹਨੂੰ ਬੁਲਾ ਕੇ ਲਾਗੂ ਕਰਵਾਇਆ, ਨਾ ਕਿ ਉਹਨਾਂ ਲਾਗੂ ਕੀਤਾ। ਤੁਸੀਂ ਜਿਲੇ ਕੋਈ ਚੀਜ਼ ਪਬਲਿਸ਼ ਕਰਦੇ ਹੋ, ਇੱਕ ਬੰਦੇ ਨੂੰ ਬੁਲਾਉਂਦੇ ਹੋ ਨਾ ਚੀਫ ਗੈਸਟ ਨੂੰ, ਭਾਈ ਆਓ ਤੁਸੀਂ ਚਾਹੇ ਇਹ ਡਾਕੂਮੈਂਟ ਰਿਲੀਜ਼ ਕਰੋ, ਦੈਟ ਡਜ਼ਨਟ ਮੀਨ ਕਿ ਉਹਨੇ ਤਿਆਰ ਕੀਤਾ ਹੋਇਆ। 2003 ਚ ਲਾਗੂ ਹੋਇਆ, ਬਿਲਕੁਲ। ਪਹਿਲੀ ਗੱਲ ਹੈ ਲਾਗੂ ਕਰਨ ਚ ਕਾਹਲੀ ਕੀਤੀ ਗਈ, ਤੇ ਉਸ ਤੋਂ ਬਾਅਦ ਕਾਹਲੀ ਕੀਤੀ ਗਈ ਉਹਨੂੰ ਬੈਕਅਪ ਹੋਣ ਚ 2010 ਚ ਉਹਨੂੰ ਖਤਮ ਕਰਤਾ। ਨਾ ਮੰਤਨ ਕਿਦਾ 2003 ਨੂੰ ਲਾਗੂ ਕਰਨ ਵੇਲੇ, ਨਾ ਮੰਤਨ ਕਿਦਾ 2010 ਨੂੰ ਲਾਗੂ। ਅਸੀਂ ਖੜੇ ਹਾਂ, ਅਸੀਂ ਮੌਲਾਨਾ ਸ਼ੇਖ ਨਾਲ ਖੜੇ ਹਾਂ। ਹਿਸਟਰੀ ਪਹਿਲੀ ਵਾਰ ਇਸ ਵਾਰ ਜਨਵਰੀ 5 ਨੂੰ ਕੈਜੂਅਲ ਲੀਵ ਦਿੱਤੀ ਗਈ। ਸਾਡੇ ਤੋਂ ਪਹਿਲੇ ਵੀ, ਉਸ ਤੋਂ ਪਿਛਲੇ ਸਾਲ ਜਦ ਦੂਜੇ ਸਕੱਤਰ ਸਨ, ਇਸ ਵਾਰ ਸਕੱਤਰ ਮੈਂ ਨਹੀਂ ਸੀ, ਲੇਕਿਨ ਅਸੀਂ ਸਟੈਂਡ ਲੈ ਲਿਆ। ਮੈਂ ਮਨਮੋਹਨ ਸਿੰਘ ਹੋਰੀ, ਜਥੇਦਾਰ ਹੋਰੀ ਸਾਰੇ ਸਟੈਂਡ ਲੈ ਲਿਆ ਕਿ ਅਸੀਂ ਇਸ ਵਾਰ 5 ਨੂੰ ਮਨਾਉਣਾ। ਅੜਚਨਾਂ ਆਈਆਂ, ਸਾਨੂੰ ਬੁਲਾ ਕੇ ਪੁਲਿਸ ਨੇ, ਐਡਮਿਸ਼ਨ ਨੇ ਕਿਹਾ ਭਾਈ ਇਸ 'ਤੇ ਰੀਥਿੰਕ ਕਰੋ। ਮੈਂ ਕਿਹਾ ਨਹੀਂ, ਬਣੇਗਾ ਤੇ 5 ਨੂੰ ਬਣੇਗਾ। ਅਸੀਂ ਕਨਵਿੰਸ ਕਰਨ 'ਚ ਕਾਮਯਾਬ ਹੋ ਗਏ। 5 ਤਰੀਕ ਨੂੰ ਸਾਡੇ ਲੋਕਾਂ ਨੇ ਕੋਸ਼ਿਸ਼ ਕੀਤੀ, ਛੁੱਟੀ ਫੁੱਲ ਛੁੱਟੀ ਸੀ, ਲੇਕਿਨ ਸਾਡੇ ਲੋਕਾਂ ਨੇ ਉਹਨੂੰ ਕੈਂਸਲ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਕੈਜੂਅਲ ਲੀਵ ਕਨਵਰਟ ਹੋਈ। ਸਾਡੇ ਤੋਂ ਪਹਿਲਾਂ ਮੈਂ ਦੇਖਿਆ, ਰੋਂਦੇ ਦੇਖੇ, ਰਾਗ 'ਚ ਆ ਗਈ, ਸਾਨੂੰ ਗੁਰਪੁਰਬ ਮਨਾਤਾ। ਉਹ ਯਾਰ ਇਹ ਮਤਲਬ ਖੋੜਾ, ਅਸੀਂ ਲਾਗੂ ਕਰਾਇਆ, ਖੜੇ ਅਸੀਂ 3 ਖੜੇ ਹਾਂ। ਬਾਕੀ ਅਗਰ ਉੱਥੇ ਮੈਜੋਰਟੀ ਦੀ ਗੱਲ ਚੱਲਣੀ ਹੈ, ਜਿਹਦੇ 6 ਮੈਂਬਰ ਹੋਣਗੇ, ਉਹ ਚੀਜ਼ ਲਾਗੂ ਹੋਣੀ ਹੈ। ਸਾਡੀ ਜੋ ਸਮਰਥਨ ਹੈ ਉਹ ਹਮੇਸ਼ਾ 2003 ਦੇ ਨਾਲ ਸ਼ੇਖ ਲੈਣ ਰਹੇਗਾ। ਬਿਲਕੁਲ। ਤੁਸੀਂ ਗੱਲ ਕਰਦੇ ਨਾ ਮੈਨੀਫੈਸਟੋ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੜੁੰਗਰ ਸਾਹਿਬ ਨੇ ਮੈਨੂੰ ਪਟਿਆਲੇ ਬੁਲਾਇਆ, ਸਾਰੀ
खालसा जथेदार ने मैंने पटियाले बुलाया, कहने लगा खालसा जी मैं ना अकाली जी बारे कुछ करना चाहता, अकाली कोशिश के बारे ਅਸੀਂ ਗਏ ਉੱਥੇ। ਉਹਨੇ ਮੈਨੂੰ ਕਿਹਾ ਜੀ ਤੁਸੀਂ ਪ੍ਰਧਾਨ ਨੂੰ ਮਿਲੋ, ਮੈਂ ਪ੍ਰਧਾਨ ਨੂੰ ਕਹਿ ਦੇਣਾ। ਪ੍ਰਧਾਨ ਨਾਲ ਮਿਲਿਆ ਜਾ ਕੇ, ਉਹਨਾਂ ਇੱਥੇ ਪ੍ਰੋਗਰਾਮ ਰਖਾਇਆ, ਪ੍ਰੋਗਰਾਮ ਰੱਖਿਆ, ਪ੍ਰਧਾਨ ਸਾਹਿਬ ਖੁਦ ਆਏ, ਸਟੇਜ 'ਤੇ ਐਲਾਨ ਹੋਇਆ। ਉਹਨਾਂ ਕਿਹਾ ਜੀ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਜੀ ਦੀ ਬਰਸੀ ਮਨਾਇਆ ਕਰੇਗੀ JNK 'ਚ। ਇੱਕ ਚੀਜ਼ ਉਹਨਾਂ ਕਿਹਾ ਜੀ ਅਕਾਲੀ ਜੀ ਦੇ ਨਾਂ 'ਤੇ ਇੱਕ ਟਰਸਟ ਬਣੇਗੀ, ਉਹਦੀ ਨੇਮ ਪਲੇਟ ਰਿਹਾੜੀ ਗੁਰਦੁਆਰੇ ਲੱਗੀ, ਅਕਾਲੀ ਲੋਂਗੋਵਾਲ ਸਾਹਿਬ ਉਹਦਾ ਨਾਮ ਰੋਸ਼ਨ ਕਰੇਗੀ। ਉਹਨਾਂ ਕਿਹਾ 20 ਬੱਚੇ 20 ਪ੍ਰਚਾਰਕ ਗ੍ਰਾਹਕੀ ਗ੍ਰੰਥੀ ਅਸੀਂ ਭਰਤੀ ਕਰਾਂਗੇ ਅਕਾਲੀ ਜੀ ਦੀ ਟਰਸਟ ਦੇ ਨਾਂ 'ਤੇ SCPC 'ਚ। ਉਹ ਤਨਖਾਹ SCPC ਦੇਗੀ, ਕੰਮ ਉਹ ਜੰਮੂ 'ਚ ਕਰਨਗੇ ਔਰ ਹੋਣਗੇ ਵੀ ਜੰਮੂ ਕਸ਼ਮੀਰ ਦੇ। ਠੀਕ, ਉਹ ਵੀ ਐਲਾਨ ਕਰਕੇ ਉਹਨਾਂ ਕਿਹਾ ਜੀ 51,000 ਰੁਪਏ ਅਸੀਂ ਦੇਵਾਂਗੇ ਬੈਸਟ ਪ੍ਰਚਾਰਕ ਜਾਂ ਬੈਸਟ ਰਾਗੀ ਨੂੰ, ਸਾਲ ਦਾ ਇੱਕ ਇਨਾਮ ਦਿਆ ਕਰਾਂਗੇ। ਇਹਨਾਂ ਲੋਕਾਂ ਨੇ ਜਿਹੜੇ ਅਕਾਲੀ ਦੇ ਸੱਕੇ ਬੰਦੇ ਸਨ, ਇਹਨਾਂ ਨਾਲ ਹੋ ਕੇ ਨੇ ਉੱਥੋਂ ਪਲੇਟਾਂ ਤੋੜਾਈਆਂ। 1 ਕਰੋੜ ਰੁਪਏ ਸੈਂਕਸ਼ਨ ਹੋਇਆ। ਜਾਓ ਜੇ ਝੂਠਾ ਹੈ ਸ਼੍ਰੋਮਣੀ ਕਮੇਟੀ ਜਾ ਕੇ ਪਤਾ ਕਰ ਲਓ, ਡਾਕਟਰ ਰੂਪ ਸਿੰਘ ਦੇ ਟਾਈਮ ਦੀ ਗੱਲ ਹੈ। 1 ਕਰੋੜ ਰੁਪਏ ਉਹਨਾਂ ਬਜਟ 'ਚ ਪਾਇਆ, ਲੇਕਿਨ ਇਹਨਾਂ ਨਹੀਂ ਬਣ ਦਿੱਤਾ। ਰਮਨ ਜੀ ਇਹ ਮੈਂ ਕੋਈ ਅਚੀਵਮੈਂਟਸ ਨਹੀਂ ਗਿਣਾ ਰਿਹਾ, ਲੇਕਿਨ ਜਿਸਲੇ ਇਹ ਲੋਕੀ ਬੜਾ ਸੁਥਰਾ ਜਿਹਾ ਝੂਠ ਬੋਲਦੇ ਨੇ ਸਾਹਮਣੇ ਆ ਕੇ, ਫਿਰ ਉਸੇ ਦੁੱਖ ਲੱਗਦਾ ਨਹੀਂ ਯਾਰ ਸੰਗਤ ਨੂੰ ਇਹ ਗੱਲਾਂ ਦੱਸਣੀਆਂ ਪੈਣਗੀਆਂ। ਕੁਝ ਮੈਂ ਪੁਆਇੰਟ ਲਿਖੇ ਵੀ ਹੈਗੇ ਤੁਹਾਨੂੰ ਦੱਸ ਦਿੰਦਾ ਕਿ ਅਕਾਲੀ ਜੀ ਦਾ ਜਿਹੜਾ 1.5 ਕਰੋੜ ਰੁਪਇਆ ਵਾਪਸ ਚਲਾ ਗਿਆ, ਬਿਲਕੁਲ ਬਜਟ 'ਚ ਪਿਆ, ਨਹੀਂ ਖਰਚ ਹੋਇਆ। JE ਪੁਆਇੰਟ ਹੋ ਗਿਆ ਜੀ। ਤੁਸੀਂ ਕੋਲ ਮੈਨੂੰ JE ਦਾ ਨੰਬਰ ਦੇ ਦੇਣਾ, ਮੇਰੇ ਫੋਨ 'ਚ ਨੰਬਰ ਹੀ ਨਹੀਂ ਚੱਲਦਾ ਜਿਸ JE ਨੇ ਕੰਸਟਰਕਸ਼ਨ ਕਰਾਣੀ ਸੀ। ਉਹ JE ਕਿਹਦਾ ਸੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਸਟਰਕਸ਼ਨ ਵਿੰਗ ਵੱਖਰਾ ਹੈ। ਉਹਨਾਂ ਦੇ JE AEE ਐਕਸ਼ਨ ਤੇ ਚੀਫ ਇੰਜੀਨੀਅਰ ਤੱਕ ਉਹਨਾਂ ਦੀ ਅਪਾਇੰਟਮੈਂਟ ਲੈਂਦੇ ਰੱਖੇ ਨਾ ਉਹਨਾਂ ਨੇ ਜੀ। ਉਹਦੇ ਬਾਅਦ ਉਹਨਾਂ ਨੇ ਕਿਹਾ ਕਿ 5 ਮਰਲੇ ਜ਼ਮੀਨ ਅਸੀਂ ਤੁਹਾਨੂੰ ਦੇਵਾਂਗੇ ਗੁਰਦੁਆਰਾ ਆਪਣੇ ਦਰਬਾਰ ਸਾਹਿਬ ਦੇ ਨਜ਼ਦੀਕ, ਕੰਸਟਰਕਸ਼ਨ ਤੁਸੀਂ ਆਪ ਕਰ ਰਹੀ ਹੈ, ਲੇਕਿਨ ਉਹ ਤੁਹਾਡੇ ਨਾਲ ਹੋਏਗੀ। ਇਹ ਸਟੇਜ ਤੋਂ ਐਲਾਨ ਹੋਏ ਨੇ ਬਾਬਾ ਫਤਿਹ ਸਿੰਘ ਗੁਰਦੁਆਰੇ। ਫਿਰ ਉਹਨਾਂ ਨੇ ਕਿਹਾ ਕਿ ਹਰ ਸਾਲ ਇਹ ਜਿਹੜਾ SCPC ਅਕਾਲੀ ਜੀ ਦੀ ਬਰਸੀ ਮਨਾਇਆ ਕਰੇਗੀ। ਫਿਰ ਉਹਨਾਂ ਨੇ ਕਿਹਾ ਜਿਹੜਾ ਅਵਾਰਡ ਹੈ ਅਕਾਲੀ ਜੀ ਦੇ ਨਾਂ ਦਾ ਅਵਾਰਡ ਪੂਰੀ ਸਟੇਟ 'ਚੋਂ ਬੈਸਟ ਕੀਤਾ ਜਾਏਗਾ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਇਹਨਾਂ ਲੋਕਾਂ ਨੇ ਸਾਡੇ ਖਿਲਾਫ ਨੋ ਕਾਨਫੀਡੈਂਸ ਕਰਤਾ। ਇਹ ਜੀ ਮਨਮਾਨੀ ਕਰਦੇ ਨੇ ਜੀ, ਮਿਸਯੂਜ਼ ਆਫ ਫੰਡ ਹੈ ਜੀ। ਚਲੋ ਆਈਡੀਓਲੋਜੀਕਲ ਡਿਫਰੈਂਸ ਹੁੰਦੇ ਨੇ, ਲੇਕਿਨ ਇਹਨਾਂ ਨੇ ਸਾਨੂੰ ਜੋ ਜਿਸ ਤਰ੍ਹਾਂ ਕਿਨਾ ਕੀਤਾ, ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪੇ ਸਾਬਤ ਕਰਤਾ। ਬਾਅਦ 'ਚ ਕੀ ਕੁਝ ਹੋਇਆ ਤੁਹਾਨੂੰ ਸਾਰਾ ਪਤਾ ਹੀ। ਜੀ ਬਿਲਕੁਲ। ਤਾਂ ਖਾਲਸਾ ਜੀ ਮੁੜ ਤੋਂ ਆਉਂਦੇ ਹਾਂ ਤੁਹਾਡੇ ਮੈਨੀਫੈਸਟੋ ਵੱਲ, ਕਿਉਂਕਿ ਮੈਨੂੰ ਲੱਗਦਾ ਕਿ ਇੱਕ ਵਾਰੀ ਸਾਰੇ ਜਣੇ, ਕਿਉਂਕਿ ਸੰਗਤ ਨੂੰ ਹੁੰਦਾ ਨਾ ਜ਼ਹਿਨ ਦੇ ਵਿੱਚ ਕਿ ਸਾਡੇ ਜੋ ਜ਼ਹਿਨ ਦੇ ਵਿੱਚ ਚੱਲ ਰਿਹਾ, ਕਿਆ ਜਿਹੜੇ ਉਮੀਦਵਾਰ ਨੂੰ ਅਸੀਂ ਚੁਣਨ ਜਾ ਰਹੇ ਹਾਂ, ਕਿਆ ਉਹ ਸਾਡੀ ਸੋਚ ਦੇ ਨਾਲ ਚੱਲ ਰਿਹਾ। ਤਾਂ ਜੀ ਮੈਂ ਤੁਹਾਨੂੰ ਫਿਰ ਕਹਿਣ ਲੱਗਾ ਕਿ ਮੈਨੀਫੈਸਟੋ ਹਮੇਸ਼ਾ ਪੈਨਲ ਦਾ ਹੁੰਦਾ, ਬਿਲਕੁਲ, ਲੇਕਿਨ ਸੇਵਾ ਦੀ ਸੋਚ, ਸੇਵਾ ਦੀ ਸੋਚ ਹੁਣ ਕੀ ਹੈ ਕਿ ਮੇਰੇ ਹਿਸਾਬ ਨਾਲ ਸਾਨੂੰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਜੋ ਸਾਡੀ ਡਿਸਟ੍ਰਿਕਟ, ਮੈਂ ਬੜੇ ਵਾਰ ਕਹਿ ਚੁੱਕਾ ਕਿ ਕਿ ਕਾਮਨ ਮਿਨੀਮਮ ਪ੍ਰੋਗਰਾਮ ਬਣਾਓ, ਅਸੀਂ ਕੀ ਕਰਨਾ ਜੀ। ਉਹ ਸਪੋਜ਼ 3 ਮੈਂਬਰ ਜਿੱਤ ਕੇ ਜਾਂਦੇ ਆ, ਸਭ 3 ਮੈਂਬਰ ਹੋਣੇ ਚਾਹੀਦੇ ਜਿਹੜਾ ਸਾਡੇ ਸਪੋਰਟ ਕਰਨ ਸਾਡੀ ਗੱਲ। ਮੈਂ ਗੱਲ ਕਰਤੇ ਨਾਲ ਮੂਲ ਚੈੱਕ ਲੈਂਡਰ ਦੀ ਇੱਕ, ਮੈਂ ਪਤਾ ਨਹੀਂ ਮੈਂ ਗਲਤ ਹਾਂ ਮੈਂ ਸਹੀ ਹਾਂ, ਇਹਦੇ 'ਤੇ ਕਈ ਲੋਕ ਕਮੈਂਟ ਕਰਦੇ ਨੇ। ਮੈਂ ਕਹਿੰਦਾ ਇਹਨਾਂ ਨੇ ਰਾਗੀ ਗ੍ਰੰਥੀ ਦੀ ਤਰਸੋਂ ਦੀ ਹਾਲਤ ਬਣਾਤੀ। ਮੈਨੂੰ ਲੱਗ ਰਿਹਾ ਇਲੈਕਸ਼ਨ ਉਹਨਾਂ ਦੇ ਬੇਸ 'ਤੇ ਲੜ ਰਹੇ। ਰਮਨ ਜੀ ਮੈਂ ਜਦੋਂ ਆਇਆ ਮੈਂ ਡਬਲ ਇਨਕਰੀਮੈਂਟ ਕੀਤੀ ਹੈ ਨਾ, ਮੇਰੇ ਤੋਂ ਪਹਿਲੇ ਇਹਨਾਂ ਨੂੰ ਇਨਕਰੀਮੈਂਟ ਮਿਲੀ ਹੈ। ਇਹ ਵਿਊਜ਼ ਤੁਸੀਂ ਜਾ ਕੇ ਗ੍ਰੰਥੀਆਂ ਕੋਲ ਲਓ, ਬਿਲਕੁਲ ਮੈਂ ਇਹ ਸਵਾਲ ਕਰਾਂ ਰਾਗੀਆਂ ਕੋਲ ਲਓ। ਦੇਖੋ ਮੈਂ ਦੇਖਿਆ ਜੀ ਕੱਲ ਇੱਕ ਇੰਟਰਵਿਊ ਬੋਲੇ ਜੀ ਉਹ ਸਾਡੇ ਰਾਗੀਆਂ ਕੋਲ ਰੋਟੀ ਨਹੀਂ ਜੀ, ਸਾਡੇ ਰਾਗੀਆਂ ਕੋਲ ਕੱਪੜੇ ਨਹੀਂ ਜੀ। ਯਾਰ ਵਾਈ ਯੂ ਕਿਉਂ ਇਹ ਝੂਠ ਫੈਲਾ ਰਹੇ ਹੋ ਤੁਸੀਂ? ਇਹ ਗੱਲ ਰਾਗੀਆਂ ਦੀ ਅਪਲਿਫਟਮੈਂਟ ਕਰਨੀ ਹੈ, ਉਹਦਾ ਤਰੀਕਾ ਹੈ। ਉਹਦਾ ਤਰੀਕਾ ਕੀ ਹੈ ਕਿ ਅਸੀਂ ਲੋਕਾਂ ਕੀ ਕੀਤਾ, ਤਬਲਾ ਸਿਖਾਤਾ, ਬਾਜਾ ਸਿਖਾਤਾ, ठीक है, पार्ट सिखाता। रमन जी इस बड़ा कंप्यूटराइज चुका है। बेसिक क्वालिफिकेशन की है सारी सामाजिक 12th, बिल्कुल है ना। 12th के बाद अक्सर प्रोफेशनल कोर्सेज स्टार्ट हो जाते। अगे थोड़ी देर पहले भी एक जगह कितने इंस्टीट्यूट के खोलने की गल की थी, मैं तो सुझाव दिता तो खैर उन्होंने कई चंगा लगा ना, कई ने उहदे ते थोड़ा इतराज भी था।
मैं कहता ਇੱਥੇ ਇੰਸਟੀਚਿਊਟ ਖੋਲ੍ਹਿਆ ਜਾਣਾ ਚਾਹੀਦਾ। ਪਹਿਲੇ ਖੋਲ੍ਹਣ ਦੀ ਗੱਲ ਕੀ ਕਰੀਏ, ਜਿਹੜੇ ਪੁਰਾਣੇ ਇੰਸਟੀਚਿਊਟ ਪਏ ਨੇ ਉਹਦੇ ਹੱਥ ਦੇਖੋ ਤੁਸੀਂ, कोई भी एजुकेशन इंस्टीट्यूट DCPC वाले नहीं है, ठीक है जी। मैं ना लवांगा फिर बड़ा खराब है जी। एजुकेशन ਅਸੀਂ ਆਪ नहीं दे रहे, अपने इंस्टीट्यूट से बंद करी जा रहे हैं। एक 12th के बाद साडा एक प्रोफेशनल कोर्स होना चाहिए। मैं चाहे जितना मर्जी उच्च कोटि का रागी बन जाऊँ, जब तक मेरे को ऑथेंटिक सर्टिफिकेट नहीं है कोई मैंने कंसिडर नहीं करे। अगर उस बच्चे ने कितने बाहर भी जाना ना, उन्हें दिखाना पड़ेगा मैं फलानी फाइन आर्ट्स यूनिवर्सिटी का क्वालीफाइड हाँ। बिल्कुल मैं एक चाहना, साड़ी मस्तवाना साहब गल भी हुई है, अंडर प्रोसैस है, इलैक्शन में आ गई, असी उन्होंने जगह मनी हुई है जी। इंस्टीट्यूट उन्होंने तैयार करना। सानू उन्होंने उत्थे बुलाया सी, मैनूं उत्थे जथा मनमोहन सिंह उन्होंने सानू उन्होंने मोहन लाल शाही कलट के मसले सम्मानित भी किया। और साड़ी डिमांड से उत्थे कि साडे बच्चों नूं एक एलिजिबल डिग्री, मेरी गल समझो तुसीं, एवं सिखा देना, भाई भी सिखा देना गुरुद्वारे बैठ के, बिल्कुल लेकिन एक एलिजिबल डिग्री उन्होंने बच्चों को दी जाए जिहड़े बच्चे अपना भविख सवार सकन। असीं कोशिश कर रही हैं कि असीं जितीए असीं हारीए, उस अपने दम ते मैं ते मनमोहन सिंह होरां उत्थे अनाउंसमेंट कराई दी है। इहदा डिस्ट्रिक्ट कमेटी नाल कोई लेना देना हुण इत्थे कल दे परसों की मेरी कंस्टिट्यूंसी है, बड़ी फारफ्लंग कंस्टिट्यूंसी है, हालांकि मैं पिछड़ी हुई नहीं कहूँगा, मेरे लोग बहुत ईमानदार लोग हैं और वो इन्ने गुरु नाल जुड़े हुए लोग ने ना। उत्थे कहीं एक कल कोई बोल रहे थे दरियाँ फटियां हुई ना, तो जे दरियाँ दो तो फोटो खिंच के पाते हो कि ये कैंडिडेट दरियाँ दे रहे हैं, जे कोई गुरु साहब से कोई चीज़ दी जाए तो फोटो खिंच के तहसीलदार को भेज दो कि ये चीज़ गुरुद्वारा साहब दी जा रही है। मैनू की हक है, जिथे पक्खा नहीं है वो तो पक्खा नहीं दे सकता, सेवा कोई भी कर सकता, कोई कर सकता ना। इस करके हुण असीं मैं डाउन माइंडेड होया, मैं पहले सांबे जगह दे रहा था, हुण असीं कोशिश कर रही हैं ये जगह बॉर्डर बेल्ट दी जाए और उत्थे इंस्टीट्यूट खोले जाए। इंस्टीट्यूट खोलने बड़ू साहब वाले भाई माझी जी नाल मेरी गल हो चुकी है, वो कहते तुसीं इलैक्शन वेले हो लो, उसके बाद असीं उन्होंने 10 कनाली दे पांगे क्योंकि उत्थे जगह 10 कनाल मिल नहीं रही। वो कहते तुसीं 5 कनाली कर दो। सांबे मेरे को है, लेकिन सांबे सिख वसूली है जी, ठीक है। किसी वेले कोई चंगी बाड़ी, कोई लंगर पानी, किसी किस्म का सिस्टम चाहिए तो आसे पास संगत होनी चाहिए, जरूरी है। वो मैं आप मैनूं चंगा लग्या कि सिख संगत बहुत घट, एक साडा ये है जी, ये बड़ा क्लीयर है साडा, इहदा इलैक्शन ना कोई जिता ना कोई मसला। जी। और मैं अपने इलाके ये अपने इलाके जित हार दे जितन के बाद तां दीए जे सानूं कोई डेवलपमेंट फंड मिलता होएगा तो ये सेवा करनी असीं कर रहे हैं। जी। ਤੇ ਇੱਕ ਮੈਂ ਸਾਰਿਆਂ ਅੱਗੇ ਬੇਨਤੀ ਕਰਦਾ ਕਿ ਰਾਗੀ ਤੇ ਕਿਰਤੀ ਸਿੰਘਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਇਲੈਕਸ਼ਨ ਨਾ ਲੜੋ। ਜੇ ਕੁਝ ਕਰਨਾ ਚਾਹੁੰਦੇ ਹੋ ਤੇ ਕਰਕੇ ਦਿਖਾਓ। ਬਿਲਕੁਲ, ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਖਾਲਸਾ ਹੋਣਾ ਦਾ। ਜਿੱਦਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਤੱਥ ਨਿਕਲ ਕੇ ਸਾਹਮਣੇ ਆਇਆ ਕਿ ਉਹਨਾਂ ਦਾ ਕਹਿਣਾ ਇਹੀ ਹੈ ਕਿ ਸਮੇਂ ਦੀ ਲੋੜ ਦੇ ਅਨੁਸਾਰ ਜਿਹੜੀ ਵੀ ਸੇਵਾ ਸੰਗਤ ਮੰਗੇਗੀ, ਸਮਾਂ जो भी उस समय होवेगा और जिस तरीके दे नाल संगत नूं ज़रूरत होवेगी उस तरीके दे नाल सेवावां ने जड़ियां इन्हां वल्लों दित्तियां जाणगियां। ते नाल ही हुण आपां चलदे हां सरदार मनमोहन सिंह होणां वल नूं, क्योंकि अक्सर ही आपां सरदार अवतार सिंह खालसा जी ते सरदार मनमोहन सिंह होणां नूं बहुत सारे मैं फोटोग्राफ्स के अंदर भी और जिथे भी इन्हां दी जी, और जथेदार मोहिंदर सिंह जी बजुर्ग काफ़ी ज़्यादा एक्सपीरियंस रखते हैं वो इस दे विच गुरुद्वारा साहिब प्रबंधना दे विच, वो भी अक्सर ही इन्हां नूं आपां इकट्ठे ही वेख्या सेवावां करदे होए। ते हुण आपां गल करदे हां सरदार मनमोहन सिंह जी होणां दे नाल। तां जिवें कि गल करिए सरदार मनमोहन सिंह जी, तुसीं बतौर कैशियर भी DGPC दे विच रह चुके हो जदों सरदार अवतार सिंह जी होणां नूं सेवा दा मौका मिलिया। ਤਾਂ ਤੁਸੀਂ ਕਿਵੇਂ ਹੁਣ ਵੇਖਦੇ ਹੋ ਜਿਹੜਾ ਗੁਰੂ ਨਾਨਕ ਨਗਰ ਹਲਕਾ ਹੈ ਤੁਹਾਡਾ, ਉੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ, ਤਾਂ ਕੀ ਸੋਚ ਲੈ ਕੇ ਚੱਲ ਰਹੇ ਹੋ ਔਰ ਤੁਸੀਂ ਇਸ ਚੀਜ਼ ਦੇ ਵਿੱਚ ਵਿਚਰੇ ਹੋ, ਤੁਸੀਂ ਇਸ ਕਮੇਟੀ ਦੇ ਵਿੱਚ ਰਹਿ ਕੇ ਸੇਵਾ ਵੀ ਕੀਤੀ ਹੈ, ਡਿਫਰੈਂਸ ਵੇਖਦੇ ਹੋ ਜਾਂ ਕੁਝ ਦਿਮਾਗ ਦੇ ਵਿੱਚ ਅਜਿਹਾ ਚੱਲ ਰਿਹਾ ਕਿ ਜੋ ਅੱਗੇ ਹੋਣਾ ਚਾਹੀਦਾ ਭਵਿੱਖ ਦੇ ਵਿੱਚ? ਪਹਿਲਾਂ ਤਾਂ ਮੈਂ
ਇਕਬਾਣੀ ਚੈਨਲ ਦਾ ਧੰਨਵਾਦ ਕਰਦਾ। ਤੁਹਾਡਾ ਸਵਾਲ ਸੀ ਕਿ ਵੀ ਮੈਂ 3 ਸਾਲ ਲਗਾਤਾਰ ਮੈਂ ਕੈਸ਼ੀਅਰ ਰਿਹਾ ਜੀ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਜੋ ਗੁਰਦੁਆਰਾ ਐਕਟ ਹੈ, ਜੀ ਗੁਰਦੁਆਰਾ ਐਕਟ ਦੇ ਵਿੱਚ ਜੋ ਕੈਸ਼ੀਅਰ ਹੈ, ਇੱਕ ਕਮੇਟੀ ਫਰੇਮ ਕਰਨ ਦੇ ਵਿੱਚ ਕੈਸ਼ੀਅਰ ਦੀ ਪੋਸਟ ਹੈ, ਲੇਕਿਨ ਜੋ ਐਕਟ ਹੈ ਉਹਦੇ ਵਿੱਚ ਪ੍ਰਧਾਨ ਔਰ ਸੈਕਟਰੀ ਜਿਹੜੇ ਨੇ ਦੋਨੋਂ ਹੀ ਪਾਵਰਾਂ ਉਹਨਾਂ ਕੋਲ ਹਨ, ਬਾਕੀ ਸਾਰੇ ਡਮੀ ਨੇ। ਜੀ मैं 3.25 साल कैशियर रहा और मेरे नाल हरजिंदर सिंह रैना जो सैकटरी सन ते जगजीत सिंह होरी जो प्रधान सन, वो जिन्हें भी गुरुद्वारा साहब डिस्ट्रिक्ट कमेटी कोल सन उन्हों की गौरव की चाबियाँ हरजिंदर सिंह रैना और डिस्ट्रिक्ट जो प्रधान सन जगजीत सिंह उन्होंने कोल सन टोटली। ਕੈਸ਼ ਗਿਣਨ ਦੇ ਵਿੱਚ ਵੀ ਕੈਸ਼ੀਅਰ ਦਾ ਕੋਈ ਰੋਲ ਨਹੀਂ? कैश किन्ने दे विच जिस टाइम वो गोलक खोलते सन उन्होंने गोलक 10 बजे खोलनी है, ਜੇਕਰ ਉਹਨਾਂ ਦਾ ਫੋਨ ਆਉਂਦਾ ਸੀ ਅਸੀਂ 1 ਵਜੇ ਤੱਕ ਪੁੱਜਦੇ ਸਾਂ ਉੱਥੇ ਔਰ ਅੱਗੇ ਮੇਰੇ ਖਿਆਲ ਅੱਧੀ ਕੈਸ਼ ਉਹ ਗਿਣ ਚੁੱਕੇ ਹੁੰਦੇ ਸਨ। ਅਤੇ ਲਾਸਟ ਵਿੱਚ ਮੈਂ ਸ਼ਾਇਦ ਮੈਂ 3.25 ਸਾਲ 'ਚ 2 ਵਾਰੀ ਜਾਂ 3 ਵਾਰੀ ਕੈਸ਼ ਗਿਣਨ 'ਤੇ ਪਹੁੰਚਿਆ ਹੋਣਾ ਜਾਂ ਸਾਈਨ ਕੀਤੇ ਹੋਣੇ ਭਾਈ ਇੰਨੀ ਕੈਸ਼ ਹੋ ਗਈ ਟੋਟਲੀ। ਉਹ ਕੈਸ਼ ਪ੍ਰਧਾਨ ਔਰ ਸੈਕਟਰੀ ਜਿਹੜਾ ਉਹ ਕੈਸ਼ ਬੈਂਕ 'ਚ ਜਮ੍ਹਾਂ ਕਰਵਾ ਦਿੰਦੇ ਸਨ। ਉਸ ਤੋਂ ਬਾਅਦ ਉਹ ਕੈਸ਼ੀਅਰ ਦਾ ਜਿਹੜੇ ਸਾਈਨ ਸਨ ਉੱਥੇ ਇਹ ਸੀ ਕਿ ਪ੍ਰਧਾਨ ਔਰ ਸੈਕਟਰੀ ਜਿਹੜੇ ਕੈਸ਼ ਸਾਈਨ ਕਰਦੇ ਨੇ ਅਤੇ ਜੋ ਕੈਸ਼ ਘਟਾਣੀ ਕਢਵਾ ਲੈਂਦੇ। ਕੈਸ਼ੀਅਰ ਦੇ ਸਾਈਨ ਮਸਟ ਨਹੀਂ ਹੈ ਕਿ ਬਿਨਾਂ ਕੈਸ਼ੀਅਰ ਦੇ ਸਾਈਨ ਦੇ ਪੈਸੇ ਨਾ ਨਿਕਲਣ, ਇਹ ਕੋਈ ਪ੍ਰਾਵਧਾਨ ਨਹੀਂ ਉੱਥੇ। ਪ੍ਰਧਾਨ ਸੈਕਟਰੀ ਕਰਕੇ ਸਾਈਨ ਕਰਕੇ ਕੋਈ ਜਿੰਨਾ ਪੈਸਾ ਘਟਾਉਣਾ ਚਾਹੋ ਘਟਾ ਸਕਦਾ ਔਰ ਕੈਸ਼ੀਅਰ ਨੂੰ ਕੋਈ ਪੁੱਛਿਆ ਨਹੀਂ ਜਾਂਦਾ। ਜੀ ਮੈਂ 3 ਸਾਲ ਕੈਸ਼ੀਅਰ ਹਾਂ, ਉਸ ਦੇ ਵਿੱਚ ਕਿ ਕਿਸੇ ਵਾਰ ਵੀ ਮੈਨੂੰ ਪੁੱਛਿਆ ਨਹੀਂ ਗਿਆ ਭਾਈ ਸਾਹਿਬ ਅਸੀਂ ਤੁਸੀਂ ਕੈਸ਼ੀਅਰ ਹੋ, ਕੋਈ ਡਿਟੇਲ ਜਾਂ ਕਿਸੇ ਨੇ ਕੋਈ ਦੇਣੀ ਹੈ, ਕਿਸੇ ਨੇ ਨਹੀਂ ਦਿੱਤੀ ਸਾਨੂੰ ਕਿ ਕਿੰਨੀ ਕੈਸ਼ ਲਈ ਹੈ, ਕਿੰਨੀ ਜਮ੍ਹਾਂ ਹੋਈ ਹੈ, ਸਾਡੇ ਕੋਲ ਟੋਟਲੀ ਪੈਸਾ ਕਿੰਨਾ ਹੈ। ਹਾਂ ਮੈਨੂੰ ਇੰਨਾ ਜ਼ਰੂਰ ਹੈ ਕਿ ਜਿਸ ਦਿਨ ਇਹਨਾਂ ਨੇ ਸਾਡੇ ਖਿਲਾਫ ਨੋ ਕਾਨਫਰੰਸ ਕੀਤਾ, ਉਹ ਅਵਤਾਰ ਸਿੰਘ ਖਾਲਸਾ ਹੋਣੀ ਜੋ ਮੇਰੇ ਨਾਲ ਜਿਹਨੇ ਸਾਡੇ ਦੋਨੋਂ ਬੰਦਿਆਂ ਖਿਲਾਫ ਨੋ ਕਾਨਫਰੰਸ ਕੀਤਾ, ਸਾਡੇ ਤਕਰੀਬਨ 45 ਤੋਂ 50 ਲੱਖ ਰੁਪਏ ਸਾਡੇ ਅਕਾਊਂਟ ਦੇ ਵਿੱਚ ਸੀ। ਉਹ ਕਿਉਂਕਿ ਉਹ ਇਹਨਾਂ ਨੇ ਆ ਕੇ ਡੇ ਬੁੱਕ ਚਾਲੂ ਕੀਤੀ ਹੈ ਔਰ ਪੂਰਾ ਅਕਾਊਂਟ ਦਾ ਸਿਸਟਮ ਜੋ ਹੈ ਉਹ ਇਹਨਾਂ ਮੇਨਟੇਨ ਕੀਤਾ। ਅਤੇ ਜਿਸ ਟਾਈਮ ਅਸੀਂ ਕਮੇਟੀ 'ਚੋਂ ਬਾਹਰ ਨਿਕਲ ਗਏ ਅਤੇ 45 ਤੋਂ 50 ਲੱਖ ਰੁਪਇਆ ਸਾਡੇ ਅਕਾਊਂਟ ਵਿੱਚ ਸੀ ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਵਿੱਚ ਸੀ। ਜੀ ਬਾਕੀ ਜੋ ਅੱਜ ਮੈਨੀਫੈਸਟੋ ਤੁਸੀਂ ਇਹ ਕਹਿ ਰਹੇ ਹੋ ਜਾਰੀ ਕਰ ਰਹੇ ਨੇ, ਵੀਰ ਅਵਤਾਰ ਸਿੰਘ ਖਾਲਸਾ ਨੇ ਦੱਸਿਆ, ਅਗਰ ਸਪੋਜ਼ ਕਰ ਲਓ ਅਸੀਂ 2 ਮੈਂਬਰ ਜਿੱਤ ਜਾਂਦੇ ਹਾਂ, ਬਾਕੀ 4 ਮੈਂਬਰ ਸਾਡੇ ਕੋਲ ਹੈ ਹੀ ਨਹੀਂ, ਤਾਂ ਅਸੀਂ ਮੈਨੀਫੈਸਟੋ ਸੰਗਤ ਨੂੰ ਗੁੰਮਰਾਹ ਕਰਨਾ ਸੀ, ਇੱਕ ਵੋਟ ਲੈਣਾ ਸੀ ਜਾਂ ਇਸ ਤਰ੍ਹਾਂ ਕਰਨਾ ਸੀ, ਕਹਿ ਦਈਏ ਬਈ ਸਾਡੇ ਨੂੰ ਅਸੀਂ ਇਹ ਵਾਲਾ ਮੈਨੀਫੈਸਟੋ ਜਾਰੀ ਕਰਾਂਗੇ, ਅਤੇ ਜੇ 5 ਬੰਦੇ ਸਾਡੇ ਕੋਲ 4 ਬੰਦੇ ਪੂਰੇ ਹੋ ਹੀ ਨਹੀਂ ਸਕਦੇ ਅਤੇ ਮੈਨੀਫੈਸਟੋ ਅਸੀਂ ਆਪਣਾ ਕੀ ਉੱਥੇ ਪੂਰਾ ਕਰਵਾਵਾਂਗੇ। ਔਰ ਇਹ ਗੱਲ ਸਾਡੀ ਪਿਛਲੀ ਕਮੇਟੀ ਚੱਲੀ ਹੈ, ਉਸ ਕਮੇਟੀ ਵਿੱਚ ਵੀ ਆਉਂਦੇ ਹੀ ਸਾਡੀ ਪਹਿਲੇ ਇੱਕ ਮੀਟਿੰਗ ਹੋਈ, ਉਸ ਮੀਟਿੰਗ ਵਿੱਚ ਇਹਨਾਂ ਨੇ ਪਾਸ ਕੀਤਾ ਕਿ 10,000 ਰੁਪਇਆ ਹਰ ਮੈਂਬਰ ਨੂੰ ਮਿਲੇਗਾ ਕਿ ਭਈ ਉਹ ਆਪਣੇ ਏਰੀਏ ਵਿੱਚ ਕੋਈ 2 ਜਗ੍ਹਾ 3 ਜਗ੍ਹਾ ਕਲਾਸਾਂ ਲਗਾ ਸਕਦਾ ਪੰਜਾਬੀ ਦੀਆਂ। 50,000 ਰੁਪਇਆ ਉਸਨੂੰ ਹਰ ਸਾਲ ਇੱਕ ਮੈਂਬਰ ਨੂੰ ਮਿਲੇਗਾ, ਕਿਸੇ ਗੁਰਦੁਆਰਾ ਸਾਹਿਬ ਕੋਈ ਕੰਸਟਰਕਸ਼ਨ ਚੱਲਦੀ ਹੈ ਉਸ ਨੂੰ ਦਿੱਤਾ ਜਾ ਸਕਦਾ, ਲੇਕਿਨ ਐਸਾ ਹੋਇਆ ਨਹੀਂ। ਜੀ ਬਹੁਤ ਸਾਰੇ ਪਿੰਡਾਂ ਦੇ ਗੁਰਦੁਆਰਿਆਂ 'ਚ ਸੀ ਲੋੜਵੰਦ ਹੋਣਾ ਦਿੱਤਾ ਹੋਏਗਾ, ਕੋਈ ਦਾ ਨਹੀਂ ਹੈ, ਲੇਕਿਨ ਮੈਂ ਆਪਣੇ ਏਰੀਏ ਵਿੱਚ ਨਾਨਕ ਗੁਰਦੁਆਰਾ ਸਾਹਿਬ ਤੁਸੀਂ ਦੇਖਿਆ, ਉਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਆ ਉਹ ਤੋੜੀ ਗਈ। ਮੈਂ 24 ਲੱਖ ਰੁਪਏ ਡਿਸਟ੍ਰਿਕਟ ਕਮੇਟੀ ਕੋਲੋਂ ਬਤੌਰੇ ਲੋਨ ਗੁਰਦੁਆਰਾ ਸਾਹਿਬ ਨੂੰ ਉਹ ਨਾਨਕ ਨਗਰ 24 ਲੱਖ ਰੁਪਏ ਦਿੱਤਾ। 5.5 ਲੱਖ ਰੁਪਇਆ ਗੁਰਦੁਆਰਾ ਗੁਰੂ ਤੇਗ ਬਹਾਦਰ ਜੋ ਹੈ ਉਹ ਬਾਈਪਾਸ ਗੁਰਦੁਆਰਾ ਸਾਹਿਬ ਦਾ ਸਾਰੀ ਚੱਲ ਰਹੀ ਸੀ, 5.5 ਲੱਖ ਰੁਪਇਆ ਉਹਨਾਂ ਨੂੰ ਦਿੱਤਾ। ਕੇਸੀ ਕਲੋਨੀ ਗੁਰਦੁਆਰਾ ਸਾਹਿਬ ਬਣ ਰਿਹਾ ਸੀ, ਉਹਨਾਂ ਨੇ ਵੀ ਤਕਰੀਬਨ ਮੇਰੇ ਖਿਆਲ ਕੋਈ 1 ਲੱਖ ਰੁਪਏ ਦੇ ਲਗਭਗ 1 ਲੱਖ ਰੁਪਏ ਦੇ ਲਗਭਗ ਅਸੀਂ ਉਹਨਾਂ ਨੂੰ ਵੀ ਉਹਨਾਂ ਨੇ ਲੋਨ ਨਹੀਂ, ਉਹ ਉਹਨਾਂ ਦੀ ਮਦਦ ਕੀਤੀ ਹੈ ਡਿਸਟ੍ਰਿਕਟ ਕਮੇਟੀ ਨੇ। ਜੀ ਜੀ ਮੇਰੀ ਕਾਨਸਟੀਟਿਊਂਸੀ ਸੀ। ਬਾਕੀ ਐਕਟ ਵਿੱਚ ਜੋ ਹੈ ਉਹ ਇੱਕ ਜੋ ਕੈਸ਼ੀਅਰ ਹੈ ਦੀ ਕੋਈ ਪੋਸਟ ਨਹੀਂ ਹੈ, ਐਵੇਂ ਕਮੇਟੀ ਬਣਾਉਣਾ ਸੀ, ਫਰੇਮ ਕਰਨਾ ਸੀ, ਕੀਤੀ ਜਾਂਦੀ ਹੈ ਔਰ ਕਮੇਟੀ 'ਚ ਪ੍ਰਧਾਨ ਔਰ ਸੈਕਟਰੀ ਹੀ ਦੋਨੋਂ ਜਿਹੜੇ ਉਹ ਆਲੇ ਨਾਲ ਹੁੰਦੇ ਨੇ, ਬਾਕੀ ਕਿਸੇ ਨੂੰ ਬਾਕੀ ਰਹਿ ਗਿਆ ਮੂਲ ਨਾਲ ਸਹੀ ਕੈਲੰਡਰ ਦੀ ਗੱਲ ਵੀ ਤੁਸੀਂ ਕੀਤੀ ਹੈ, ਵੀਰ ਅਵਤਾਰ ਸਿੰਘ ਖਾਲਸਾ ਨੇ ਵੀ ਕੀਤੀ ਹੈ। ਅਸੀਂ ਉੱਥੇ ਪਹਿਲਾਂ ਅੱਜ ਵੀ ਦੇ ਰਹੇ ਹਾਂ ਅਤੇ ਪਹਿਲਾਂ ਵੀ ਦਿੱਤਾ। ਜਿੰਨੀ ਦੇਰ ਤੱਕ ਅਸੀਂ ਰਹੇ ਕਮੇਟੀ 'ਚ
ਤੇ ਅਸੀਂ ਮੂਲ ਨਾਨਕ ਸਿੰਘ ਕੈਲੰਡਰ ਨੂੰ ਲਾਗੂ ਰੱਖਿਆ। ਸਾਡੇ ਖਿਲਾਫ ਨੋ ਕੰਟੈਂਸ ਕੀਤਾ ਹਰਜਿੰਦਰ ਸਿੰਘ ਰੈਣਾ ਉਹਨਾਂ ਨੇ, ਕਿਉਂਕਿ ਪਹਿਲੇ ਤਾਂ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ, ਲੇਕਿਨ ਉਸ ਤੋਂ ਬਾਅਦ ਉਹਨੇ ਚਾਹ ਸੀ ਕਿ ਮੈਂ ਪ੍ਰਧਾਨ ਬਣ ਜਾਵਾਂ ਜਾਂ ਕੁਝ ਬਣ ਜਾਵਾਂ, ਲੇਕਿਨ ਉਹ ਤੇ ਖੈਰ ਮਾਲਕ ਦੇ ਹੱਥ ਹੈ ਸਭ ਕੁਝ। ਸਾਨੂੰ ਉਹਨਾਂ ਨੇ, ਅਸੀਂ ਉਸ ਤੋਂ ਬਾਅਦ ਵੀ ਮੂਲ ਨਾਨਕ ਸਿੰਘ ਕੈਲੰਡਰ 'ਤੇ ਪਹਿਰਾ ਦਿੱਤਾ, ਖੜੇ ਰਹੇ ਜਿੱਥੇ ਸਟੈਂਡ ਸੀ। ਹੁਣ ਪਿੱਛੇ ਜੀ ਜੋ ਲਾਸਟ ਈਅਰ ਜੋ ਅਸੀਂ 5 ਜਨਵਰੀ ਦਾ ਪ੍ਰੋਗਰਾਮ ਮਨਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰੋਗਰਾਮ ਮਨਾਇਆ, ਉਹਦੇ ਵਿੱਚ ਸਾਨੂੰ ਇੱਥੇ ਹਰਜਿੰਦਰ ਸਿੰਘ ਮਾਝੀ ਪਹੁੰਚੇ। ਉਹ ਸਪੈਸ਼ਲੀ ਜਾ ਕੇ ਉਹਨਾਂ ਨੇ ਅਕਾਲ ਕੌਂਸਲ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ, ਸਾਨੂੰ ਉਹਨਾਂ ਨੇ ਉੱਥੇ ਬੁਲਾਇਆ, ਮੈਨੂੰ ਬੁਲਾਇਆ, ਔਰ ਅਵਤਾਰ ਸਿੰਘ ਖਾਲਸਾ ਉੱਥੇ ਪਹੁੰਚੇ ਨੇ, ਉਹਦੀਆਂ ਵੀਡੀਓ ਨੇ, ਫੋਟੋਜ਼ ਨੇ, ਉਹਨਾਂ ਨੇ ਸਾਨੂੰ ਸਨਮਾਨ ਦਿੱਤਾ ਜੀ ਕਿ ਜੰਮੂ ਕਸ਼ਮੀਰ ਹੀ ਇੱਕ ਐਸੀ ਸਟੇਟ ਸੀ ਜਿੱਥੇ ਮੂਲ ਨਾਨਕ ਸਿੰਘ ਕੈਲੰਡਰ ਦੇ ਉੱਪਰ 5 ਤਰੀਕ ਛੁੱਟੀ ਹੋਈ ਔਰ ਪ੍ਰੋਗਰਾਮ ਉੱਥੇ ਮਨਾਇਆ ਗਿਆ। ਠੀਕ, ਮੂਲ ਨਾਨਕ ਸਿੰਘ ਕੈਲੰਡਰ ਦੇ ਉੱਪਰ ਅਸੀਂ ਹਰ ਟਾਈਮ ਖੜੇ ਹਾਂ ਔਰ ਉੱਥੇ ਪਹਿਰਾ ਦਿਆਂਗੇ। ਬਿਲਕੁਲ। ਤੇ ਵੀਰ ਜੀ ਹੁਣ ਗੱਲ ਕਰਦੇ ਹਾਂ ਵੀ ਗੁਰੂ ਨਾਨਕ ਨਗਰ ਤੁਹਾਡਾ ਜਿਹੜਾ ਹਲਕਾ ਡੋਰ ਟੂ ਡੋਰ ਵੀ ਤੁਸੀਂ ਕੈਂਪੇਨ ਕਰ ਰਹੇ ਹੋ, ਸੰਗਤ ਦਾ ਕੈਸਾ ਹੁੰਗਾਰਾ? ਦੇਖੋ ਜੀ, ਸੰਗਤ ਬਹੁਤ ਸਿਆਣੀ ਹੈ। ਅੱਜ ਦੀ ਡੇਟ ਦੇ ਵਿੱਚ ਜੋ ਸਿਸਟਮ ਚੱਲ ਰਿਹਾ, ਪੜ੍ਹੇ ਲਿਖੇ ਨੌਜਵਾਨ ਨੇ, ਬਹੁਤ ਸਾਰੀ ਸੰਗਤ ਜਿਹੜਾ ਸਾਇਲੈਂਟ ਹੈ, ਉਹ ਹਰ ਕੈਂਡੀਡੇਟ ਨੂੰ ਆਵਾਜ਼ ਕਰ ਰਹੀ ਹੈ, ਉਹ ਕਿਸ ਕੈਲੀਬਰ ਦਾ ਕੈਂਡੀਡੇਟ ਹੈ। ਔਰ ਇਸ 27 ਤਰੀਕ ਤੁਹਾਨੂੰ ਪਤਾ ਲੱਗ ਜਾਣਾ ਆਪੇ ਕਿਸ ਕੈਂਡੀਡੇਟ ਨੂੰ ਸੰਗਤ ਚੁਣਦੀ ਹੈ। ਮੈਂ ਪਹਿਲੀ ਇਲੈਕਸ਼ਨ ਵਿੱਚ ਵੀ ਇਸੇ ਤਰ੍ਹਾਂ ਚੱਲਿਆ, ਤੇ ਉਸ ਵੇਲੇ ਵੀ ਸੰਗਤ ਜਿਹੜੀ ਸੀ ਬਿਲਕੁਲ ਸਾਇਲੈਂਟ ਸੀ। ਜੀ, ਬਹੁਤ ਥੋੜ੍ਹੇ ਜਿਹੇ ਨੌਜਵਾਨ ਜਿਹੜੇ ਸਨ ਉਹ ਬਾਹਰ ਸਨ, ਤੇ ਜਿਸ ਵੇਲੇ ਫੈਸਲਾ ਆਇਆ ਉਹ ਸੰਗਤ ਦਾ ਫੈਸਲਾ ਸੀ, ਜੋ ਸਾਨੂੰ ਉਹਨਾਂ ਨੇ ਮੈਂਡੇਟ ਦਿੱਤਾ। ਅਸੀਂ 5 ਸਾਲ ਕਮੇਟੀ 'ਚ ਰਹੇ ਹਾਂ, ਜਿਤਨੀ ਹੋ ਸਕੀ, ਜਿੱਥੇ ਅਸੀਂ ਕਮੇਟੀ ਨਾਲ ਆਪਣੀ ਤਰਫੋਂ ਉਹਨਾਂ ਨਾਲ ਝਗੜਾ ਵੀ ਕਰਕੇ ਕਈ ਜਗ੍ਹਾ 'ਤੇ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜੋ ਕਮੇਟੀ ਨੇ ਸਾਨੂੰ ਮੈਂਡੇਟ ਦਿੱਤਾ ਸੀ, ਅੱਜ ਵੀ ਅਸੀਂ ਉੱਥੇ ਖੜੇ ਹਾਂ। ਸਾਨੂੰ ਅੱਜ ਇਸ ਵਾਰ ਅਗਰ ਕਮੇਟੀ ਮੈਂਡੇਟ ਦਿੰਦੀ ਹੈ, ਤੇ ਕਮੇਟੀ ਦੇ ਜੋ ਵੀ ਸੰਗਤ ਆ, ਜੋ ਜਿਸ ਤਰ੍ਹਾਂ ਮੂਲ ਨਾਨਕ ਸਿੰਘ ਕੈਲੰਡਰ ਹੈ, ਜੋ ਸੰਗਤ ਦੀ ਮੰਗ ਹੋਏਗੀ ਹਾਂਜੀ, ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੀ ਕਮੇਟੀ ਅਗਰ ਬਣੀ ਤੇ ਅਸੀਂ ਤੇ ਤਤਪਰ। ਠੀਕ, ਧੰਨਵਾਦ ਤੁਹਾਡਾ ਬਹੁਤ ਬਹੁਤ ਗੱਲ ਕਰਨ ਦੇ ਲਈ। ਜਿਸ ਤਰ੍ਹਾਂ ਦੇ ਨਾਲ ਸਰਦਾਰ ਮਨਮੋਹਨ ਸਿੰਘ ਜੀ ਹੋਣਾ ਦਾ ਵੀ ਇਹੀ ਕਹਿਣਾ ਕਿ ਸਮੇਂ ਦੇ ਅਨੁਸਾਰ ਜੋ ਸੰਗਤ ਦੀ ਮੰਗ ਹੋਵੇਗੀ ਉਹੀ ਇਹਨਾਂ ਦਾ ਜਿਹੜਾ ਅਗਲਾ ਮੈਨੀਫੈਸਟੋ ਰਹੇਗਾ। ਇਹ ਸੰਗਤ ਹੀ ਡਿਸਾਈਡ ਕਰੇਗੀ ਕਿ ਕੀ ਪ੍ਰਬੰਧਨ ਹੈ ਜਿਹੜੇ ਹੋਣੇ ਚਾਹੀਦੇ ਨੇ। ਉਹਨਾਂ ਦੇ ਨਾਲ ਹੀ ਨੇ ਸਰਦਾਰ ਬਲਵਿੰਦਰ ਸਿੰਘ ਜੀ, ਜਿਨ੍ਹਾਂ ਦਾ ਹਲਕਾ ਡਿਗਿਆਣਾ ਹੈ, ਤਾਂ ਉਹਨਾਂ ਕੋਲੋਂ ਵੀ ਇੱਕ ਨਾਲੇ ਤਾਂ ਉਹਨਾਂ ਦਾ ਚੋਣ ਨਿਸ਼ਾਨ ਜਾਣ ਲੈਂਦੇ ਹਾਂ, ਤੇ ਨਾਲੇ ਡਿਗਿਆਣਾ ਦੀ ਸੰਗਤ ਦੇ ਲਈ ਉਹਨਾਂ ਦੀ ਕੀ ਅਪੀਲ ਹੈ ਉਹ ਵੀ ਸੁਣ ਲੈਂਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਲਵਿੰਦਰ ਸਿੰਘ ਹਲਕਾ ਰਾਣੀ ਤਲਾਹ ਤੋਂ ਚੋਣ ਲੜ ਰਹੇ ਹਾਂ, ਕਿਉਂਕਿ ਸਾਡਾ ਜੋ ਇਹ ਹਲਕਾ ਰਾਣੀ ਤਲਾਹ ਹੈ, ਜੋ ਆਪਣੇ ਸਰਾਊਂਡਿੰਗ ਏਰੀਆ ਹੈ, ਇਸ ਏਰੀਆ ਵਿੱਚੋਂ ਅਜੇ ਤੱਕ ਕੋਈ ਮੈਂਬਰ ਖੜਾ ਨਹੀਂ ਹੋਇਆ। ਦੂਸਰੀ ਜਗ੍ਹਾ ਤੋਂ ਜਿਸ ਤਰ੍ਹਾਂ ਡਿਗਿਆਣਾ ਕੈਂਪ ਜਾਂ ਦੂਸਰੇ ਏਰੀਆ ਤੋਂ ਆ ਕੇ ਖੜੇ ਹੁੰਦੇ ਸੀ, ਤੇ ਉਹ ਆ ਕੇ ਇਲੈਕਸ਼ਨ ਲੜਦੇ ਸੀ। ਸੋ ਹੁਣ ਸਾਨੂੰ ਸੰਗਤ ਨੇ ਬੇਨਤੀ ਕੀਤੀ ਕਿ ਆਪਣੇ ਏਰੀਆ ਤੋਂ ਵੀ ਖੜਾ ਕੀਤਾ ਜਾਵੇ। ਸੋ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਅਸੀਂ ਇਸ ਏਰੀਆ ਤੋਂ ਇਲੈਕਸ਼ਨ ਲੜਨ ਵਾਸਤੇ ਖੜੇ ਹੋਏ ਹਾਂ। ਸੋ ਮੇਰਾ ਜੋ ਚੋਣ ਨਿਸ਼ਾਨ ਹੈ ਉਹ ਰੋਡ ਰੋਲਰ ਹੈ ਜੀ, ਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਕੀਮਤੀ ਵੋਟ ਪਾ ਕੇ ਰੋਡ ਰੋਲਰ ਨੂੰ ਕਾਮਯਾਬ ਕਰਨਾ। ਤੁਸੀਂ ਰਾਣੀ ਤਲਾਹ ਗੁਰਦੁਆਰਾ ਸਾਹਿਬ ਦੇ ਸਕੱਤਰ ਵੀ ਹੋ ਨਾ? ਹਾਂਜੀ, ਮੈਂ ਪਿਛਲੇ ਕੋਈ 3 ਸਾਲ ਤੋਂ ਗੁਰਦੁਆਰਾ ਸਾਹਿਬ ਦਾ ਸਕੱਤਰ ਦੀ ਸੇਵਾ ਕਰ ਰਿਹਾ ਜੀ, ਤੇ ਸੰਗਤ ਨੇ ਬਹੁਤ ਪਿਆਰ ਹੈ, ਬਹੁਤ ਮਿਲ ਜੁਲ ਕੇ ਸੰਗਤ ਜੋ ਰਾਣੀ ਤਲਾਹ ਦੀ ਹੈ ਉਹ ਸਾਰੇ ਸਮਾਗਮ ਕਰਦੀ ਹੈ। ਸੋ ਅਸੀਂ ਵੀ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ 3 ਸਾਲ ਤੋਂ ਸਹਿਯੋਗ ਕਰ ਰਹੇ ਹੋ, ਉਸੇ ਤਰ੍ਹਾਂ ਹੀ ਅਗਲੇ ਆਉਣ ਵਾਲੀ ਚੋਣਾਂ ਦੇ ਵਿੱਚ ਜੋ ਆਪਣਾ ਪੂਰਾ ਸਹਿਯੋਗ ਦੇ ਕੇ ਕਾਮਯਾਬ ਕਰਨਾ ਹੈ। ਜੀ, ਧੰਨਵਾਦ ਵੀਰ ਜੀ ਗੱਲ ਕਰਨ ਦੇ ਲਈ। ਵਿਚਾਰ ਆਪਾਂ ਸਾਰਿਆਂ ਦੇ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ, ਤੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਆਪਾਂ ਕਿਸੇ ਦਾ ਵੀ ਚੋਣ ਨਿਸ਼ਾਨ ਤੁਹਾਡੇ ਨਾਲ ਸਾਂਝਾ ਨਹੀਂ ਕਰਦੇ, ਤਾਂ ਕੈਂਡੀਡੇਟ ਦੇ ਮੂੰਹੋਂ ਹੀ ਨਾਲੇ ਤਾਂ ਉਹ ਆਪਣੀ ਸੰਗਤ ਨੂੰ ਅਪੀਲ ਵੀ ਕਰਨਗੇ, ਤੇ ਆਪਦਾ ਚੋਣ ਨਿਸ਼ਾਨਾ ਜਿਹੜਾ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਗੇ। ਜੀ ਰਮਨ ਜੀ, ਮੇਰੇ ਹਲਕੇ ਵਿੱਚ 4 ਉਮੀਦਵਾਰ ਖੜੇ ਆ। ਸਰਕਾਰ ਨੇ ਮੇਰਾ ਨੰਬਰ ਪਹਿਲਾਂ ਰੱਖਿਆ, ਔਰ ਚੋਣ ਨਿਸ਼ਾਨ ਹੈ 에ਅਰ ਕੰਡੀਸ਼ਨਰ। ਜੀ, ਮੈਂ ਸੰਗਤ ਨੂੰ ਅਪੀਲ ਕਰਦਾ ਕਿ ਸਰਕਾਰ ਨੇ ਮੈਨੂੰ ਨੰਬਰ ਪਹਿਲਾਂ ਦੇ ਦਿੱਤਾ, ਹੁਣ ਤੁਸੀਂ ਮੈਨੂੰ ਪਹਿਲਾ ਨੰਬਰ ਦੇਣਾ। ਏਸੀ ਤੇ ਟਿਕ ਕਰਕੇ, ਜੀ, ਮੇਰੇ 에ਅਰ ਕੰਡੀਸ਼ਨਰ ਟਿਕ ਕਰਕੇ ਮੈਨੂੰ ਕਾਮਯਾਬ ਬਣਾਓ। ਮੈਂ ਕੋਈ ਐਸੀ ਗੱਲ ਨਹੀਂ ਕਰਾਂਗਾ ਜਿਹੜੀ ਮੈਂ ਪਿਛੇ ਕੀਤੀ ਹੋਏ ਤੁਹਾਡੀ ਨਿਭਾਈ ਨਾ ਹੋਏ, ਜਾਂ ਅੱਗੇ ਕਰਾਂਗਾ ਤੇ ਨਿਭਾਵਾਂਗਾ ਨਹੀਂ। ਆਸ ਹੈ ਮੈਨੂੰ ਸੰਗਤ ਮੇਰੇ ਤੇ ਭਰੋਸਾ ਜਤਾਏਗੀ। ਮੇਰਾ ਚੋਣ ਨਿਸ਼ਾਨ 에ਅਰ ਕੰਡੀਸ਼ਨਰ।
ਜੀ ਤੇ ਚਾਹਾਂਗੀ ਕਿ ਸਰਦਾਰ ਮਨਮੋਹਨ ਸਿੰਘ ਜੀ ਵੀ। मेरा हल्का गुरु नानक नगर 3। मेरा चुनाव निशान है टेबल। मेरी समूह संगतां प्रति बेनती है वो टेबल ਨੂੰ ਟਿਕ ਕਰਕੇ ਮੈਨੂੰ ਇੱਕ ਵਾਰ ਮੌਕਾ ਫਿਰ ਦੇਣ ਤਾਂ ਕਿ ਜਿਹੜੇ ਕੰਮ ਸਾਡੇ ਕੋਲੋਂ ਅਧੂਰੇ ਰਹੇ ਨੇ ਅਸੀਂ ਪਰਜੋਰ ਉਹਨਾਂ ਕੰਮਾਂ ਨੂੰ ਜਾਂ ਗੁਰਦੁਆਰਾ ਸਾਹਿਬ ਦੇ ਕੋਈ ਸਾਰੀਆਂ ਨੇ ਜਾਂ ਜੋ ਵੀ ਸਾਡੀ ਕੌਮ ਦੇ ਜੋ ਕੰਮ ਨੇ ਪੂਰੇ ਅਧੂਰੇ ਰਹਿ ਗਏ ਨੇ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਮੇਰਾ ਚੁਣਾਵ ਨਿਸ਼ਾਨ ਹੈ ਟੇਬਲ ਨੂੰ ਟਿਕ ਕਰ ਇੰਨੀ ਹੀ ਬੇਨਤੀਆਂ ਮੇਰੀਆਂ ਪੂਰੇ ਇਲਾਕਾ ਨਿਵਾਸੀ ਸੰਗਤਾਂ ਪ੍ਰਤੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਲਵਿੰਦਰ ਸਿੰਘ ਜੀ ਪਰ ਫਿਰ ਤੋਂ ਅਪੀਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਮੇਰਾ ਹਲਕਾ ਹੈ ਉਹ ਡਿਗਿਆਣਾ ਹੈ। ਸੋ ਮੈਂ ਸੰਗਤਾਂ ਨੂੰ ਬੇਨਤੀ ਹੈ ਕਿ ਮੇਰਾ ਜੋ ਚੋਣ ਨਿਸ਼ਾਨ ਹੈ ਰੋਡ ਰੋਲਰ ਹੈ। ਸੋ ਆਪਨੇ ਰੋਡ ਰੋਲਰ ਤੇ ਵੋਟ ਪਾ ਕੇ ਨਾ ਚੀਜ਼ ਨੂੰ ਕਾਮਯਾਬ ਕਰਨਾ ਹੈ ਤਾਂ ਜੋ ਗੁਰੂ ਮਹਾਰਾਜ ਦੇ ਪੂਰਨੇ ਹਨ ਜਾਂ ਉਹਨਾਂ ਨੇ ਜੋ ਸਾਨੂੰ ਹੁਕਮ ਕੀਤੇ ਹਨ ਉਹਨਾਂ 'ਤੇ ਖਰੇ ਉਤਰ ਸਕੀਏ, ਉਹਨਾਂ ਦੀ ਸੇਵਾ ਕਰ ਸਕੀਏ ਕਿਉਂਕਿ ਅਸੀਂ ਲੀਡਰ ਨਹੀਂ ਹੈਗੇ, ਸੇਵਾ ਭਾਵਨਾ ਲੈ ਕੇ ਜਾ ਰਹੇ ਹਾਂ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਕਾਮਯਾਬ ਕਰਨਾ। ਮੇਰਾ ਚੋਣ ਨਿਸ਼ਾਨ ਰੋਡ ਰੋਲਰ ਹੈ, ਉੱਤੇ ਮੋਹਰ ਲਗਾ ਕੇ ਕਾਮਯਾਬ ਕਰਨਾ। ਇੰਨੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਹਲਕਾ ਬਿਸ਼ਨਾਹ ਦੇ ਉਮੀਦਵਾਰ ਸਰਦਾਰ ਅਵਤਾਰ ਸਿੰਘ ਖਾਲਸਾ ਜੀ ਹੋਣਾ ਨੇ, ਸਰਦਾਰ ਮਨਮੋਹਨ ਸਿੰਘ ਜੀ ਜਿਨ੍ਹਾਂ ਦਾ ਹਲਕਾ ਗੁਰੂ ਨਾਨਕ ਨਗਰ ਹੈ ਤੇ ਸਰਦਾਰ ਬਲਵਿੰਦਰ ਸਿੰਘ ਜੀ ਹਲਕਾ ਡਿਗਿਆਣਾ ਹੈ। ਮੈਂ ਆਪ ਸਾਰਿਆਂ ਦਾ ਹੀ ਬਾਣੀ ਚੈਨਲ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਵਿਚਾਰ ਨੇ ਜਿਹੜੇ ਸੰਗਤਾਂ ਤੱਕ ਪਹੁੰਚਾਏ ਨੇ। ਬਹੁਤ-ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਸਾਰਿਆਂ ਦੀ ਕਵਰੇਜ ਕਰ ਰਹੇ ਹੋ ਔਰ ਇਸ ਤਰ੍ਹਾਂ ਹੀ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਸੇਵਾ ਨਿਭਾਉਂਦੇ ਰਹੋਗੇ। ਲੇਕਿਨ ਇਹਨਾਂ ਗੱਲਾਂ ਦੀ ਸਹਿ ਪੜਚੋਲ ਜ਼ਰੂਰ ਕਰਿਆ ਜੀ ਔਰ ਇੱਕ ਇੰਡੀਪੈਂਡੈਂਟ ਵਿਊ ਵੀ ਕੱਢ ਕੇ ਦਿਆ ਕਰੋ ਜੀ। ਇਹ ਮੇਰੀ ਤੁਹਾਡੇ ਅੱਗੇ ਰਿਕੁਐਸਟ ਹੈ। ਜ਼ਰੂਰ ਜੋ ਅਸੀਂ ਕਿਹਾ ਹੈ ਇਹ ਹੂਬ ਸੰਗਤਾਂ ਕੇ ਤੁਸੀਂ ਦਿਓ ਲੇਕਿਨ ਉਸੇ ਸਹਿ ਪੜਚੋਲ ਤੁਸੀਂ ਕਰਕੇ ਦੇਣੀ ਜੀ। ਕੋਸ਼ਿਸ਼ ਕਰਾਂਗੇ ਕਿ ਜੋ ਵੀ ਤੁਸੀਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਆਪਣੇ ਕੋਲ ਜਿੰਨੇ ਵੀ ਸਾਡੇ ਕੋਲ ਕਲਿੱਪਸ ਹੋਣਗੇ ਜਾਂ ਸੋਸ਼ਲ ਮੀਡੀਆ ਤੋਂ ਕੱਢ ਕੇ ਸੰਗਤ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਕਿਉਂਕਿ ਸੰਗਤ ਬਿਲਕੁਲ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। रंग